ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਕਿਸਾਨਾਂ ਨੇ ਇਹ ਪਹਿਲਾਂ ਹੀ ਐਲਾਨ ਕਰਤਾ ਸੀਗਾ ਕਿ ਸਾਡੇ ਜਿਹੜੇ ਕਿਸਾਨ ਆਗੂ ਇਹ ਸਾਰੇ ਇਹਨਾਂ ਪੰਜਾਂ ਰਾਜਾਂ ਵਿੱਚ ਜਾਣਗੇ ਤੇ ਉੱਥੇ ਪ੍ਰਚਾਰ ਕਰਨਗੇ ਬੀਜੇਪੀ ਦੇ ਖਿਲਾਫ। ਬਈ ਇਹ ਕਿਸਾਨ ਵਿਰੋਧੀ ਆ, ਇਹਨਾਂ ਨੂੰ ਮੂੰਹ ਨਾ ਲਾਓ, ਇਹਨਾਂ ਨੂੰ ਵੋਟਾਂ ਨਾ ਪਾਓ। ਤੁਹਾਡੀ ਲੜਾਈ ਬੇਸ਼ੱਕ ਜਿੰਨੀ ਮਰਜ਼ੀ ਸਿਆਸੀ ਤੌਰ ਤੇ ਹੋਊਗੀ, ਸੱਤਾ ਦੀ ਹੋਊਗੀ, ਕੁਰਸੀ ਦੀ ਹੋਊਗੀ, ਰਾਜ ਦੀ ਹੋਊਗੀ, ਪਰ ਇੱਕ ਇਨਸਾਨੀਅਤ ਤੌਰ ਤੇ ਤਾਂ ਤੁਹਾਡੀ ਇੱਕ ਸੰਵੇਦਨਾ ਜੁੜੀ ਹੋਣੀ ਚਾਹੀਦੀ ਆ। 2014 ਤੋਂ ਜਦੋਂ ਤੋਂ ਨਰਿੰਦਰ ਮੋਦੀ ਹੁਣੀ ਪ੍ਰਧਾਨ ਮੰਤਰੀ ਬਣੇ ਆ, ਭਾਰਤ ਵਿੱਚ ਲੋਕਤੰਤਰ ਦੀ ਆਜ਼ਾਦੀ ਨੂੰ ਖਤਰਾ ਲਗਾਤਾਰ ਪੈਦਾ ਹੁੰਦਾ ਜਾ ਰਿਹਾ ਆ। ਇਹਦੇ ਵਿੱਚ ਕਾਂਗਰਸ ਨੇ ਸਿੱਖ ਚਿਹਰਾ ਲੱਭ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਦਿੱਤੇ ਆ। ਪੰਜਾਬ ਸਰਕਾਰ ਨੇ ਕਰਜ਼ਾ ਮਾਫੀ ਸਮਾਰੋਹ ਜਿਹੜੇ ਆ ਉਹ ਪਿਛਲੇ 5 ਸਾਲਾਂ ਦੇ ਵਿੱਚ ਕਈ ਥਾਵਾਂ ਤੇ ਕਰਵਾਏ ਸੀਗੇ, ਉਹਦੇ ਤੇ ਹੀ ਇਹਨਾਂ ਨੇ 9.5 ਕਰੋੜ ਰੁਪਏ ਖਰਚ ਦਿੱਤੇ, ਜਿਹੜਾ ਕਿ ਨਵਾਂ ਖੁਲਾਸਾ ਹੋਇਆ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹੜੀਆਂ ਨਵੀਆਂ ਰਣਨੀਤੀਆਂ ਘੜੀਆਂ ਨੇ। ਮਮਤਾ ਬੈਨਰਜੀ ਤੇ ਹਮਲਾ ਹੋਇਆ ਹੈ ਜਾਂ ਫਿਰ ਇਹ ਕਿ ਡਰਾਮਾ ਆ, ਇਹਦਾ ਪੂਰਾ ਵਿਸ਼ਲੇਸ਼ਣ ਆਪਣੇ ਮਾਹਿਰ ਮਹਿਮਾਨ ਤੋਂ ਜਾਣਾਂਗੇ। ਪੰਜਾਬ ਕਾਂਗਰਸ ਨੇ ਕਿਹੜਾ ਨਵਾਂ ਸਿੱਖ ਚਿਹਰਾ ਲੱਭਿਆ ਹੈ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਅਵਤਾਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਸਵਾਗਤ ਕਰਦੇ ਹਾਂ। ਧੰਨਵਾਦ ਜੀ। ਸ਼ੇਰਗਿੱਲ ਸਾਹਿਬ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨ ਅੰਦੋਲਨ ਤੋਂ ਹੀ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚੇ ਨੇ ਹੁਣ ਕਿਹੜੀਆਂ ਨਵੀਆਂ ਰਣਨੀਤੀਆਂ ਘੜੀਆਂ ਨੇ, ਕੀ ਪ੍ਰੋਗਰਾਮ ਹੋਣਗੇ ਆਉਣ ਵਾਲੇ ਦਿਨਾਂ 'ਚ? ਜੀ, ਕਿਸਾਨਾਂ ਦਾ ਅੰਦੋਲਨ ਸ਼ੁਰੂ ਤੋਂ ਹੀ ਗੈਰ ਸਿਆਸੀ ਰਿਹਾ ਔਰ ਉਹਨਾਂ ਦੀ ਕੋਸ਼ਿਸ਼ ਵੀ ਰਹੀ ਆ ਕਿ ਅਸੀਂ ਸਿਆਸਤ ਤੋਂ ਦੂਰ ਹੀ ਰਹਿਣਾ। ਇਸੇ ਕਰਕੇ ਇਸ ਮੁਕਾਮ ਤੱਕ ਪਹੁੰਚੇ ਆ ਕਿ ਸਿਆਸਤ ਨੂੰ ਲਾਗੇ ਨਹੀਂ ਆਉਣ ਦਿੱਤਾ। ਪਰ ਹੁਣ ਉਹਨਾਂ ਦੀ ਜਿਹੜੀ ਆ ਉਹ ਰਣਨੀਤੀ ਇਸ ਤਰੀਕੇ ਨਾਲ ਉਲੀਕੀ ਗਈ ਆ ਕਿ ਜੇ ਬੀਜੇਪੀ ਆਪਣੇ ਹਿਸਾਬ ਨਾਲ ਹੀ ਸਮਝਦੀ ਆ, ਆਪਣੇ ਮਤਲਬ ਨਾਲ ਸਮਝਦੀ ਆ, ਜਿਵੇਂ ਉਹ ਚਾਹੁੰਦੀ ਆ, ਤੇ ਉਹਦਾ ਜਵਾਬ ਉਸੇ ਤਰੀਕੇ ਨਾਲ ਸਾਨੂੰ ਦੇਣਾ ਪੈਣਾ ਜੀ। ਔਰ ਦੇਣ ਲਈ ਹੀ ਉਹਨਾਂ ਨੇ ਰਣਨੀਤੀ ਉਲੀਕੀ ਆ ਕਿ ਆਉਂਦੇ ਸਮੇਂ ਦੇ ਵਿੱਚ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਕਿਸਾਨਾਂ ਨੇ ਇਹ ਪਹਿਲਾਂ ਹੀ ਐਲਾਨ ਕਰਤਾ ਸੀਗਾ ਕਿ ਸਾਡੇ ਜਿਹੜੇ ਕਿਸਾਨ ਆਗੂ ਇਹ ਸਾਰੇ ਇਹਨਾਂ 5 ਰਾਜਾਂ ਵਿੱਚ ਜਾਣਗੇ ਤੇ ਉੱਥੇ ਪ੍ਰਚਾਰ ਕਰਨਗੇ ਬੀਜੇਪੀ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ। ਬਈ ਇਹ ਕਿਸਾਨ ਵਿਰੋਧੀ ਆ, ਇਹਨਾਂ ਨੂੰ ਮੂੰਹ ਨਾ ਲਾਓ, ਇਹਨਾਂ ਨੂੰ ਵੋਟਾਂ ਨਾ ਪਾਓ। ਹੁਣ ਜਦੋਂ ਉਹਨਾਂ ਨੇ ਇਹ ਰਣਨੀਤੀ ਉਲੀਕ ਹੀ ਲਈ ਆ ਤਾਂ ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਚੁਣਿਆ ਹੈ ਰਾਜ ਪੱਛਮੀ ਬੰਗਾਲ ਜੀ, ਜਿਹੜਾ ਕਿ ਇਸ ਵੇਲੇ ਸਿਆਸੀ ਗਰਮਾਹਟ ਦਾ ਕੇਂਦਰ ਬਣਿਆ ਹੋਇਆ ਆ, ਜਿੱਥੇ ਕਿ ਬਹੁਤ ਜ਼ਿਆਦਾ ਜੱਦੋਜਹਿਦ ਹੋਈ ਪਈ ਆ ਬੀਜੇਪੀ ਦੀ ਵੀ ਕਿ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਹਥਿਆਰੀ ਜਾਵੇ। ਤੇ ਉੱਥੇ ਜਿਹੜੀ ਮੌਜੂਦਾ ਸਰਕਾਰ ਆ TMC ਨੂੰ ਇਹ ਆ ਕਿ ਮੈਂ ਆਪਣੀ ਸੱਤਾ ਕਿਵੇਂ ਬਰਕਰਾਰ ਰੱਖਾਂ। ਉਸ ਲੜਾਈ ਦੇ ਵਿੱਚ ਕਿਸਾਨਾਂ ਦਾ ਜਾ ਕੇ ਕੁੱਦ ਪੈਣਾ ਇਹ ਇੱਕ ਆਪਣੀ ਕਿਸਮ ਦਾ ਵੱਖਰਾ ਨਜ਼ਾਰਾ ਪੇਸ਼ ਕਰੂਗਾ, ਕਿਉਂਕਿ ਇਸ ਤੋਂ ਪਹਿਲਾਂ ਕਦੇ ਇੱਦਾਂ ਹੋਇਆ ਨਹੀਂ ਕਿ ਕਿਸਾਨਾਂ ਨੇ ਜਾ ਕੇ ਜਾਂ ਕਿਸੇ ਇੱਕ ਵਰਗ ਨੇ, ਇੱਕ ਭਾਈਚਾਰੇ ਨੇ ਜਾ ਕੇ ਇਸ ਤਰ੍ਹਾਂ ਨਾਲ ਤਰੀਕੇ ਨਾਲ ਪ੍ਰਚਾਰ ਕੀਤਾ ਹੋਵੇ। ਪਰ ਬੀਜੇਪੀ ਵਾਲੇ ਹਜੇ ਵੀ ਇਹ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਹਜੇ ਵੀ ਇਸ ਵਹਿਮ 'ਚ ਆ, ਇਸ ਐਵੇਂ ਮਤਲਬ ਲੈ ਕੇ ਦਿਮਾਗ 'ਚ ਬੈਠੇ ਆ ਵੀ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਤੇ ਇੱਥੇ ਬੈਠੇ ਆ ਇੰਨਾ ਚਿਰ ਹੋ ਗਿਆ, ਸਾਨੂੰ ਹਰਿਆਣੇ 'ਚ ਨਹੀਂ ਕੋਈ ਫਰਕ ਪਿਆ, ਸਾਨੂੰ ਹੋਰ ਸਟੇਟਾਂ 'ਚ ਨਹੀਂ ਫਰਕ ਪਿਆ, ਸਥਾਨਕ ਚੋਣਾਂ ਜਿਹੜੀਆਂ ਹੋਰ ਸਟੇਟਾਂ 'ਚ ਹੋਈਆਂ ਪੰਜਾਬ ਨੂੰ ਛੱਡ ਕੇ ਉੱਥੇ ਨਹੀਂ ਫਰਕ ਪਿਆ, ਤਾਂ ਕੀ ਫਰਕ ਪੈਣਾ। ਪਰ ਇਹ ਮੈਂ ਦੱਸ ਦਵਾਂ ਵੀ ਬੀਜੇਪੀ ਦਾ ਬਹੁਤ ਵੱਡਾ ਵਹਿਮ ਆ। ਉਹ ਇੱਕ ਸ਼ੇਰ ਹੈ ਨਾ ਜੀ, हवा को बहुत गरूर था अपनी आज़ादी पे मगर उसको भी किसी ने गुब्बारे में भर कर बेच दिया। सो ये गरूर जड़ा ना बीजेपी नूं अपने उत्ते इन्ना कहा पे मैनू कोई फर्क नहीं पैन लगा। पर यह तो उस गल तो ही अंदाजा लग जाता कि कल अजे ऐलान किया सी किसानां ने, रात नूं किसान कोलकाता पहुँच गए, जिस गर्मजोशी नाल उत्थे किसानां दा स्वागत होया ਉਹਦੇ ਤੋਂ ਬੀਜੇਪੀ ਨੂੰ ਪਰੇਸ਼ਾਨੀ ਹੋਣਾ ਸੁਭਾਵਿਕ ਆ, ਹੋਣਾ ਚਾਹੀਦਾ ਵੀ ਆ। ਜੇ ਨਹੀਂ ਅਜੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਲਈ ਕੁਝ ਨਹੀਂ ਫਰਕ ਪੈਣ ਲੱਗਾ, ਇਹ ਉਹਨਾਂ ਦੇ ਮਨ 'ਚ ਵਹਿਮ ਆ, ਤੇ ਉਹ ਇਹ ਦੇਖ ਸਕਦੀ ਆ ਨਜ਼ਾਰਾ ਵੀ ਕਿਸਾਨਾਂ ਨੂੰ ਉੱਥੇ ਜਾ ਕੇ ਕਿਵੇਂ ਸਵਾਗਤ ਕੀਤਾ ਗਿਆ। ਏਜੰਡਾ ਇੱਕੋ ਇੱਕ ਆ, ਮਕਸਦ ਇੱਕੋ ਇੱਕ ਆ ਵੀ ਬੀਜੇਪੀ ਨੂੰ ਹਰਾਉਣਾ। ਕਿਸਾਨਾਂ ਦਾ ਇਹੀ ਕਹਿਣਾ ਆ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਦੇਣ ਲਈ ਨਹੀਂ ਕਹਿਣਾ, ਨਾ ਹੀ ਸਾਨੂੰ ਕਿਸੇ ਪਾਰਟੀ ਤੇ ਕੋਈ ਐਡਾ ਵਿਸ਼ਵਾਸ ਹੀ ਆ ਕਿ ਜੇ ਬੀਜੇਪੀ ਨੇ ਤਾਂ ਹੋਰ ਪਾਰਟੀ ਸਾਡਾ ਕੀ ਸਵਾਰੂਗੀ। ਅੱਜ ਤੱਕ ਕਿਸੇ ਨੇ ਕੋਈ ਇਹੋ ਜਿਹਾ ਸਵਾਰਿਆ ਵੀ ਹੈ ਨਹੀਂ।
ਪਰ ਜਿਹੜਾ ਉਹਨਾਂ ਦਾ ਏਜੰਡਾ ਇੱਕ ਤੈਅ ਕਰਕੇ ਗਏ ਆ ਕਿ ਬੀਜੇਪੀ ਨੂੰ ਸਬਕ ਸਿਖਾਓ, ਬੀਜੇਪੀ ਨੂੰ ਸਜ਼ਾ ਦਿਓ, ਵੋਟ ਨਹੀਂ ਪਾਉਣੀ। ਨਾਲ ਦੀ ਨਾਲ ਉਹਨਾਂ ਦਾ ਇਹ ਆ ਕਿ ਅਸੀਂ ਲੋਕਾਂ ਨੂੰ ਉੱਥੋਂ ਦੇ ਕਿਸਾਨਾਂ ਨਾਲ ਰਲ ਕੇ ਅਪੀਲ ਕਰਾਂਗੇ ਬਈ ਤੁਸੀਂ ਉਸ ਕੈਂਡੀਡੇਟ ਨੂੰ ਜਿਤਾਓ ਜਿਹੜਾ ਕਿ ਬੀਜੇਪੀ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੋਵੇ। ਪਾਰਟੀ ਦਾ ਫਿਰ ਵੀ ਉਹਨਾਂ ਨੇ ਕਿਸੇ ਦਾ ਜ਼ਿਕਰ ਨਹੀਂ ਕੀਤਾ, ਜਿਹਨੂੰ ਮਰਜ਼ੀ ਕਹਿੰਦੇ ਵੋਟ ਪਾਓ ਤੁਸੀਂ, ਪਰ ਪਾਓ ਉਸ ਉਮੀਦਵਾਰ ਨੂੰ ਜਿਹੜਾ ਬੀਜੇਪੀ ਦੇ ਉਮੀਦਵਾਰ ਨੂੰ ਹਰਾ ਸਕਦਾ ਹੋਵੇ। ਕਹਿਣ ਦਾ ਭਾਵ ਆ ਵੀ ਬੀਜੇਪੀ ਸੱਤਾ ਦੇ ਵਿੱਚ ਉੱਥੇ ਨਹੀਂ ਆਉਣੀ ਚਾਹੀਦੀ ਆ। ਇਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਇਹ ਹੋਊਗਾ ਕਿ ਉੱਥੇ ਜਾ ਕੇ ਦੱਸਣਗੇ ਵੀ ਦੇਖ ਲਓ ਜੇ ਕੇਂਦਰ ਸਰਕਾਰ ਜਿਹੜੀ ਜਦੋਂ ਤੋਂ ਬਣੀ ਹੈ ਤੇ ਉਹਨਾਂ ਨੇ ਗੁਜਰਾਤ ਦੇ ਕਿਸਾਨਾਂ ਨੂੰ ਨਹੀਂ ਬਖਸ਼ਿਆ, ਉਹਨਾਂ ਦਾ ਹਾਲ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਪੁੱਛ ਲਓ ਕੀ ਹਾਲ ਆ, ਹੋਰਨਾਂ ਸਟੇਟਾਂ ਦੇ ਕਿਸਾਨਾਂ ਤੋਂ ਪੁੱਛ ਲਓ, ਹਰਿਆਣੇ ਦੇ ਪੁੱਛ ਲਓ, ਯੂਪੀ ਦੇ ਪੁੱਛ ਲਓ, ਤੇ ਪੰਜਾਬ ਨਾਲ ਤਾਂ ਜੋ ਹੁਣ ਮੌਜੂਦਾ ਦੌਰ ਵਿੱਚ ਬੀਤ ਰਹੀ ਆ ਉਹ ਸਾਰਿਆਂ ਦੇ ਸਾਹਮਣੇ ਹੀ ਆ। ਇਸ ਤਰੀਕੇ ਨਾਲ ਪ੍ਰਚਾਰ ਕਰਕੇ ਲੋਕਾਂ ਵਿੱਚ ਇਸ ਕਦਰ ਜਾਗਰੂਕਤਾ ਪੈਦਾ ਕਰਨਗੇ ਬਈ ਬੀਜੇਪੀ ਜਿਹੜੀ ਆ ਉਹ ਕਿਸਾਨਾਂ ਦੀ ਹਮਾਇਤੀ ਕਦੀ ਰਹੀ ਨਹੀਂ ਤਾਂ ਹੁਣ ਵੀ ਨਹੀਂ ਹੈਗੀ। ਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਤੁਹਾਡੇ ਰਾਜ ਵਿੱਚ ਇਹ ਬਣ ਜਾਂਦੀ ਸਰਕਾਰ ਤਾਂ ਤੁਸੀਂ ਦੇਖ ਲਓ ਵੀ ਤੁਹਾਡਾ ਹਾਲ ਕੀ ਹੋਊਗਾ। ਇਸ ਤਰੀਕੇ ਨਾਲ ਪ੍ਰਚਾਰ ਕਰਨ ਲਈ ਕਿਸਾਨਾਂ ਦੀ ਜਿਹੜੀ ਰਣਨੀਤੀ ਆ ਉਹ ਵੱਡੇ ਪੱਧਰ ਤੇ ਉਲੀਕੀ ਗਈ ਹੈ। ਦੇਖੋ ਬੰਗਾਲ ਦੇ ਵਿੱਚ 294 ਸੀਟਾਂ ਆ ਵਿਧਾਨ ਸਭਾ ਦੀਆਂ, ਤੇ ਉਹਨੂੰ ਤਾਲਮੇਲ ਕਰਦਿਆਂ ਉਹਦੇ ਨਾਲ ਇੱਕ ਲੈ ਬਿਠਾਉਂਦਿਆਂ ਕਿਸਾਨਾਂ ਨੇ 294 ਗੱਡੀਆਂ ਦਾ ਕਾਫਲਾ ਹੀ ਤੋਰਿਆ। ਮਤਲਬ ਕਹਿਣ ਦਾ ਵੀ ਜੋਗਿੰਦਰ ਯਾਦਵ ਹੁਣੀ ਕਹਿੰਦੇ ਸੀ ਨਾ ਵੀ ਜੇ ਇਹਨਾਂ ਨੂੰ ਕਿਸੇ ਹੋਰ ਤਰੀਕੇ ਦੀ ਰਣਨੀਤੀ ਜਾਂ ਹੋਰ ਤਰੀਕੇ ਦੀ ਜਿਹੜੀ ਗੱਲ ਸਮਝ ਨਹੀਂ ਆਉਂਦੀ, ਇਹਨਾਂ ਨੂੰ ਸਿਰਫ ਵੋਟ ਰਾਜਨੀਤੀ ਸਮਝ ਆਉਂਦੀ ਆ, ਤਾਂ ਅਸੀਂ ਫਿਰ ਇਹਨਾਂ ਦੀ ਹੁਣ ਵੋਟ ਭੰਨਣ ਵੱਲ ਨੂੰ ਹੀ ਜਾਵਾਂਗੇ। ਅਸੀਂ ਇਹਨਾਂ ਨੂੰ ਉਸੇ ਤਰੀਕੇ ਨਾਲ ਜਵਾਬ ਦੇਵਾਂਗੇ ਜਿਹਦੇ ਲਹਿਜੇ 'ਚ ਉਹ ਚਾਹੁੰਦੀ ਆ। ਮਤਲਬ ਵੋਟ ਤੋੜਾਂਗੇ, ਸਰਕਾਰ ਬਣਨ ਨਹੀਂ ਦੇਵਾਂਗੇ, ਲੋਕਾਂ ਨੂੰ ਇਹਨਾਂ ਦੇ ਖਿਲਾਫ ਜਿੰਨਾ ਹੋ ਸਕੇ ਉਹ ਕਰਾਂਗੇ। ਦੇਖੋ ਉਹਦੇ ਵਿੱਚ ਹੁਣ ਬੰਗਾਲ 'ਚ ਸ਼ੁਰੂਆਤ ਹੋਣੀ ਆ ਮਹਾਪੰਚਾਇਤਾਂ ਤੋਂ। ਅੱਜ ਜਿਹੜੀ 12 ਤਰੀਕ ਵਾਲੇ ਦਿਨ ਉੱਥੇ ਕਲਕੱਤਾ 'ਚ ਬਹੁਤ ਵੱਡੀ ਰੈਲੀ ਪਹਿਲਾਂ ਹੀ ਉਲੀਕੀ ਗਈ ਸੀ, ਜਿਹਦੇ ਵਿੱਚ ਰਾਕੇਸ਼ ਟਕੈਤ ਹੁਣੀ ਵੀ ਪਹੁੰਚ ਗਏ ਆ। ਕਿਸਾਨ ਮੋਰਚੇ ਦੇ ਵੱਡੇ ਆਗੂ ਜਿਹੜੇ ਆ ਬਲਬੀਰ ਸਿੰਘ ਰਾਜੇਵਾਲ ਹੋਣੀ, ਚੜੂਨੀ ਹੋਣੀ, ਫਿਰ ਡੱਲੇਵਾਲ ਹੋਣੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਇਹ ਸਾਰੇ ਆਗੂ ਜਿਹੜੇ ਆ ਅਹਿਮ ਆ, ਉਹ ਵੀ ਪਹੁੰਚ ਗਏ। ਇੱਥੋਂ ਤੱਕ ਕਿ ਜੋਗਿੰਦਰ ਯਾਦਵ ਵੀ ਬੰਗਾਲ ਵਿੱਚ ਪਹੁੰਚ ਗਏ ਹਨ, ਤੇ ਉੱਥੇ ਉਹਨਾਂ ਦਾ ਜਿਹੜਾ ਸਵਾਗਤ ਹੋਣਾ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ। ਪਿਛਲੇ ਕਈਆਂ ਦਿਨਾਂ ਤੋਂ ਉਹ ਲਾਮਬੰਦੀ ਕਰ ਰਹੇ ਸੀਗੇ, ਚਾਹੇ ਨੁੱਕੜ ਮੀਟਿੰਗਾਂ ਸੀਗੀਆਂ, ਚਾਹੇ ਵਿਦਿਆਰਥੀਆਂ ਨਾਲ ਸੀ, ਚਾਹੇ ਬੁੱਧੀਜੀਵੀਆਂ ਨਾਲ ਸੀ, ਚਾਹੇ ਉੱਥੋਂ ਲੋਕਲ ਲੋਕਾਂ ਨਾਲ ਸੀ, ਜਿਹੜੀਆਂ ਮੀਟਿੰਗਾਂ ਕਰਕੇ ਆਪਾਂ ਦੇਖਦੇ ਹਾਂ ਜਦੋਂ ਦ੍ਰਿਸ਼ ਆਉਂਦੇ ਆ ਤਾਂ ਉਹਨਾਂ 'ਚ ਜਿਹੜਾ ਇਕੱਠ ਭਰਵਾਂ ਹੁੰਦਾ ਸੀ, ਤਕਰੀਰਾਂ ਲੋਕ ਸੁਣਨ ਆਉਂਦੇ ਆ। ਲੋਕਾਂ ਨੂੰ ਵੀ ਪਹਿਲੀ ਵਾਰੀ ਇਹ ਪਤਾ ਲੱਗਾ ਹੋਣਾ ਵੀ ਕਿਸਾਨ ਵੀ ਇਸ ਪੱਧਰ ਤੇ ਜਾਗਰੂਕ ਹੋਏ ਆ, ਜਿਹੜੇ ਹੁਣ ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦੇਣ ਵੱਲ ਤੁਰ ਪਏ ਆ। ਸੋ ਉਹਨਾਂ ਦੀਆਂ ਕਿਸਾਨ ਮਹਾਪੰਚਾਇਤਾਂ ਹੋਣੀਆਂ। ਅੱਜ ਦੀ ਰੈਲੀ ਤੋਂ ਬਾਅਦ 13-14 ਨੂੰ ਸਿਲੀਗੁੜੀ ਦੇ ਵਿੱਚ ਹੋਰ ਕਈਆਂ ਥਾਵਾਂ ਦੇ ਵਿੱਚ ਉਹਨਾਂ ਨੇ ਕਿਸਾਨ ਮਹਾਪੰਚਾਇਤਾਂ ਦਾ ਪ੍ਰੋਗਰਾਮ ਉਲੀਕਿਆ ਆ, ਜਿੱਥੇ ਵੱਖ-ਵੱਖ ਆਗੂ ਜਾ ਕੇ ਉਹਨਾਂ ਪੰਚਾਇਤਾਂ ਦੇ ਵਿੱਚ ਸੰਬੋਧਨ ਕਰਨਗੇ। ਇਕੱਠ ਵੀ ਦੇਖਣ ਵਾਲਾ ਹੋਊਗਾ ਤੇ ਭਾਜਪਾ ਦਾ ਜਿਹੜਾ ਭਰਮਿਆ ਦਿਮਾਗ ਦੇ ਵਿੱਚ ਉਹ ਵੀ ਨਿਕਲਣ ਵਾਲਾ ਆਪਾਂ ਦੇਖਾਂਗੇ। ਇਹਦੇ 'ਚ ਸ਼ੱਕ ਇਹਨਾਂ ਨੂੰ ਹੁਣ ਹੀ ਕੱਢ ਲੈਣੀ ਚਾਹੀਦੀ ਆ ਵੀ ਇਸ ਕਿਸਾਨ ਅੰਦੋਲਨ ਦੇ ਕਰਕੇ ਤੁਸੀਂ ਕਿਸੇ ਦੀ ਗੱਲ ਨਹੀਂ ਪੁੱਛੀ, ਕਿਸੇ ਦੀ ਬਾਤ ਨਹੀਂ ਪੁੱਛੀ। ਹੁਣ ਤੁਹਾਨੂੰ ਜਦੋਂ ਇਹਨਾਂ ਸਟੇਟਾਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਫਿਰ ਤੁਸੀਂ ਜ਼ਰੂਰ ਸੋਚੋਗੇ ਵੀ ਹਾਂ ਸਾਡੇ ਤੋਂ ਗਲਤੀ ਹੋ ਗਈ। ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਏਗੀ। ਜੀ ਸ਼ੇਰਗਿੱਲ ਸਾਹਿਬ, ਭਾਰਤ ਬੰਦ ਦਾ ਵੀ ਸੱਦਾ ਦਿੱਤਾ ਗਿਆ ਹੈ। 23 ਤਰੀਕ ਨੂੰ ਇਹ ਵੀ ਕਿਹਾ ਗਿਆ ਕਿ ਕੇਸਰੀ ਪੱਗਾਂ ਬੰਨ੍ਹ ਕੇ ਨੌਜਵਾਨ ਦਿੱਲੀ ਆਉਣ, ਉਹਦੇ ਬਾਰੇ ਵੀ ਜਾਣਨਾ ਚਾਹਾਂਗੇ। ਬਿਲਕੁਲ ਜੀ, ਇਹਨਾਂ ਨੇ ਸਰਕਾਰ ਤੇ ਦਬਾਅ ਹੋਰ ਵਧਾਉਂਦਿਆਂ 26 ਮਾਰਚ ਨੂੰ ਮੁਕੰਮਲ ਭਾਰਤ ਬੰਦ। ਅੱਗੇ ਤਾਂ ਹੁੰਦਾ ਸੀਗਾ ਵੀ ਕੁਝ ਘੰਟਿਆਂ ਲਈ ਜਾਂ ਲੰਬਾ ਸਮਾਂ ਚਲੋ ਰੋਡ ਜਾਮ ਕਰਨ ਵਾਲਾ ਵੀ ਪ੍ਰੋਗਰਾਮ ਦਿੱਤਾ ਜਾਂਦਾ ਸੀ, ਰੇਲਵੇ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਜਾਂਦਾ ਸੀ, ਪਰ ਇਸ ਵੇਲੇ ਇਹਨਾਂ ਨੇ ਜਿਹੜਾ ਸ਼ਬਦ ਵਰਤਿਆ ਉਹ ਮੁਕੰਮਲ ਵਰਤਿਆ। ਮੁਕੰਮਲ ਤੋਂ ਭਾਵ ਆ ਵੀ ਸਾਰਾ ਦਿਨ ਸ਼ੁਰੂ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੇ ਦਾ ਪੂਰਾ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਆ। ਉਹਨਾਂ ਨੂੰ ਇਹਦੇ ਤੇ ਹੁਣ ਇਹਦਾ ਜਿਹੜਾ ਰਿਸਪੌਂਸ ਕਿੰਨਾ ਮਿਲਦਾ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਨਾਲ ਦੀ ਨਾਲ ਜਿਹੜਾ 23 ਤਰੀਕ ਨੂੰ ਆ ਸ਼ਹੀਦ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਆ, ਉਦੋਂ ਨੂੰ ਵੀ ਇਹਨਾਂ ਨੇ ਆਪਣਾ ਇੱਕ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਕਿ ਨੌਜਵਾਨਾਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਮੋਰਚਿਆਂ ਵਿੱਚ ਡਟਣ ਦਾ ਸੱਦਾ ਦਿੱਤਾ ਗਿਆ ਆ। ਆਪਾਂ ਜੇ 8 ਮਾਰਚ ਦੀ ਗੱਲ ਕਰੀਏ ਔਰਤ ਦਿਵਸ ਵਾਲੇ ਦਿਨ, ਉਦੋਂ ਵੀ ਜਿਹੜੀਆਂ ਬੀਬੀਆਂ ਜਿੰਨੀਆਂ ਵੀ ਮੋਰਚਿਆਂ 'ਚ ਆਈਆਂ ਸੀਗੀਆਂ ਉਹਨਾਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਦਾ ਇੱਕ ਵੱਖਰਾ ਹੀ ਇੱਕ ਪੂਰੇ ਦਾ ਪੂਰਾ ਖੇਤ ਖਲਿਆਣ ਦਿਸਦਾ ਸੀਗਾ ਜਿੱਥੇ ਬੀਬੀਆਂ ਬੈਠੀਆਂ ਸੀਗੀਆਂ। ਇੰਝ ਲੱਗਦਾ ਸੀ ਜਿੱਦਾਂ ਸਰੋਂ ਦੇ ਫੁੱਲ ਇਸ ਮੋਰਚਿਆਂ ਦੇ ਉੱਤੇ ਆ ਕੇ ਖਿੜ ਗਏ ਆ। ਉਸੇ ਤਰੀਕੇ ਨਾਲ ਹੁਣ ਨੌਜਵਾਨਾਂ ਦੇ ਵਿੱਚ ਵੀ ਇਹੋ ਜਿਹਾ ਜੋਸ਼, ਇੱਦਾਂ ਦਾ ਹੀ ਇੱਕ ਰੰਗ ਦੇਖਣ ਨੂੰ ਮਿਲੂਗਾ ਵੀ ਉਦੋਂ ਜਦੋਂ ਬਸੰਤੀ ਰੰਗ ਦੀਆਂ ਪੱਗਾਂ ਇਸ ਕਦਰ ਫੈਲਣਗੀਆਂ, ਉੱਥੇ ਵੀ
ਇੱਕ ਪੂਰੇ ਦਾ ਪੂਰਾ ਖੇਤ ਸਰੋਂ ਦੇ ਫੁੱਲ ਵਰਗਾ ਜਿਹੜਾ ਇੱਕ ਆਪਾਂ ਕਹੀਏ ਸਨਫਲਾਵਰ ਵਾਂਗੂ ਚਮਕਦਾ ਹੁੰਦਾ, ਉਹਦੇ ਤਰੀਕੇ ਨਾਲ ਇੱਕ ਸੈਲਾਬ ਬਣ ਜਾਊਗਾ ਬਸੰਤੀ ਕਲਰ ਦਾ। ਬਸੰਤੀ ਰੰਗ ਹੁੰਦਾ ਸ਼ਹੀਦੀ ਦਾ ਆ, ਔਰ ਸ਼ਹੀਦ ਭਗਤ ਸਿੰਘ ਦਾ ਇਸ ਰੰਗ ਨਾਲ ਬਹੁਤ ਲਗਾਅ ਸੀਗਾ। ਉਸੇ ਤੋਂ ਹੀ ਲੈ ਕੇ ਜੇ ਆਪਾਂ ਦੇਖਿਆ ਜਾਵੇ ਤਾਂ ਗਾਣਾ ਵੀ ਚੱਲਿਆ ਸੀ, ਮੇਰਾ ਰੰਗ ਦੇ ਬਸੰਤੀ ਚੋਲਾ, ਪਰ ਇੱਕ ਦੋ ਛੋਟੀਆਂ ਕੁੜੀਆਂ ਨੇ ਇਹਨੂੰ ਹੋਰ ਤਰੀਕੇ ਨਾਲ ਗਾ ਕੇ ਨਵਾਂ ਰੰਗ ਦੇ ਦਿੱਤਾ ਆ। ਉਹ 'ਚ ਲਿਖਤਾ ਮੇਰੀਆਂ ਰੰਗ ਦੇ ਬਸੰਤੀ ਚੁੰਨੀਆਂ। ਬਹੁਤ ਵਧੀਆ ਤਰੀਕੇ ਨਾਲ ਗਾਇਆ ਆ। ਸੋ ਇਹ ਜਿਹੜਾ ਸਰਕਾਰ ਤੇ ਦਬਾਅ ਪਾਉਣ ਦਾ, ਕਿਸਾਨਾਂ ਦਾ ਜਿਹੜਾ ਨਵਾਂ ਰਣਨੀਤੀ ਅਪਣਾਉਣ ਦਾ ਤਰੀਕਾ, ਇਹ ਵਧੀਆ ਲੱਗੂਗਾ। ਸਰਕਾਰ ਤੇ ਦਬਾਅ ਇਸ ਕਰਕੇ ਪਊਗਾ ਕਿਉਂਕਿ ਸਰਕਾਰ ਨੇ ਹਜੇ ਤੱਕ ਨਵੀਂ ਗੱਲਬਾਤ ਬਾਰੇ ਕੋਈ ਵੀ ਇਹੋ ਜਿਹਾ ਪੈਂਤੜਾ ਨਹੀਂ ਖੋਲ੍ਹਿਆ ਆ। ਬੇਸ਼ੱਕ ਕਿਸਾਨਾਂ ਨੇ 9 ਮੈਂਬਰੀ ਕਮੇਟੀ ਬਣਾਤੀ ਆ ਵੀ ਸਾਰੇ ਜਣੇ ਜਾ ਕੇ ਖਲਜਗਣ ਜ਼ਰੂਰ ਪਾਉਣਾ ਉੱਥੇ, ਉੱਥੋਂ ਅੱਗੇੋਂ ਤਾਂ ਸਿਰਫ 2-3 ਜਣੇ ਆਉਂਦੇ ਆ, ਮੰਤਰੀ ਜਿਹੜੇ ਹੁੰਦੇ ਆ, ਤੇ ਸਾਡੇ ਵਰਗੇ 40-45 ਤੁਰੇ ਫਿਰਦੇ ਹੁੰਦੇ ਉੱਥੇ, ਤੇ ਫਿਰ ਗੱਲ ਤਾਂ 1-2 ਨੇ ਕਰਨੀ ਹੁੰਦੀ। ਇਹਨਾਂ ਨੇ 9 ਮੈਂਬਰੀ ਕਮੇਟੀ ਬਣਾਤੀ ਹੈ ਵੀ ਜੇ ਕਿਤੇ ਸਰਕਾਰ ਦੇ ਮਨ 'ਚ ਸਮੱਸਿਆ ਪੈ ਜਾਏ ਵੀ ਮੈਂ ਮੀਟਿੰਗ ਕਰਨੀ ਆ, ਹੁਣ ਅਗਲਾ ਦੌਰ ਸ਼ੁਰੂ ਕਰੀਏ, ਤਾਂ ਫਿਰ ਉਹਨਾਂ ਲਈ ਗੱਲਬਾਤ ਕਰਨ ਵਾਸਤੇ 9 ਮੈਂਬਰੀ ਕਮੇਟੀ ਪਹਿਲੇ ਤਿਆਰੀ ਕਿਸਾਨਾਂ ਨੇ ਕਰ ਲਈ ਆ, ਜਿਹੜੀ ਕਿ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਰਣਨੀਤੀ ਬਣਾ ਕੇ ਗੱਲਬਾਤ ਕਿਵੇਂ ਦੀ ਕਰਨੀ ਆ, ਉਹਦਾ ਰਿਸਪੌਂਸ ਕੀ ਦੇਣਾ, ਉਹਦਾ ਜਵਾਬ ਕੀ ਦੇਣਾ, ਆਪਣੀ ਰਣਨੀਤੀ ਕਿਵੇਂ ਘੜਨੀ ਹੈ ਤੇ ਕਿਵੇਂ ਜਾ ਕੇ ਬੋਲਣਾ ਆ, ਉਹ ਸਾਰਾ ਤਿਆਰੀ ਕਰਕੇ ਜਾਣਗੇ ਜੀ। ਸਰਕਾਰ ਦੀ ਗੱਲਬਾਤ ਦੀ ਅਸੀਂ ਗੱਲ ਕਰ ਰਹੇ ਹਾਂ, ਮੈਨੂੰ ਤਾਂ ਲੱਗਦਾ ਕਿ ਸਰਕਾਰ ਨੇ ਕੰਨਾਂ 'ਚ ਕੌੜਾ ਤੇਲ ਪਾ ਲਿਆ, ਉਹ ਕੁਝ ਸੁਣਨਾ ਹੀ ਨਹੀਂ ਚਾਹੁੰਦੀ। ਉਹ 2 ਮਈ ਦੀ ਉਡੀਕ ਕਰ ਰਹੀ ਹੈ ਜੀ। ਸ਼ੇਖਰ ਸਾਹਿਬ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਖਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੇ ਹੁਣ ਬੰਗਾਲ ਵੱਲ ਨੂੰ ਚਾਲੇ ਪਾ ਲਏ ਨੇ, ਤੇ ਬੰਗਾਲ ਦੀ ਮੁੱਖ ਮੰਤਰੀ ਤੇ ਵੀ ਹਮਲਾ ਹੋਇਆ ਆ। ਉਹ ਹਮਲਾ ਹੋਇਆ ਆ ਕਿ ਡਰਾਮਾ ਹੋਇਆ ਆ? ਵਿਸਤਾਰ 'ਚ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਦੇਖੋ, ਸਿਆਸਤ ਦੇ ਵਿੱਚ ਜਿਹੜੀ ਸਿਆਸਤੀ ਲੜਾਈ ਰਵੇ ਉਨਾ ਚਿਰ ਤਾਂ ਠੀਕ ਰਹਿੰਦਾ। ਜਦੋਂ ਇਹੋ ਜਿਹੇ ਨਿੱਜੀ ਜਾਂ ਮੰਨ ਲਓ ਜੇ ਹਮਲਾ ਹੋਇਆ ਵੀ ਆ ਤੇ ਇਹ ਵੀ ਬਹੁਤ ਨਿੰਦਣਯੋਗ ਆ, ਇਦਾਂ ਹੋਣਾ ਨਹੀਂ ਚਾਹੀਦਾ। ਤੁਹਾਡੀ ਲੜਾਈ ਸਿਆਸਤ ਦੇ ਵਿੱਚ ਆ, ਮੁੱਦਿਆਂ ਦੇ ਬੇਸ ਤੇ ਲੜਾਈ ਲੜੋ, ਕਿਸੇ ਤਰੀਕੇ ਨਾਲ ਉਹਨਾਂ ਨੂੰ ਉਸ ਸਰਕਾਰ ਦੇ ਕੀਤੇ ਕੰਮਾਂ ਤੇ ਘੇਰੋ, ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾ ਕੇ ਘੇਰੋ। ਪਰ ਇਹੋ ਜਿਹੀ ਜਿਹੜੀ ਗੱਲ ਹੋਣੀ ਆ, ਇਹ ਅਸੰਵੇਦਨਸ਼ੀਲ ਆ, ਇਸ ਤਰੀਕੇ ਨਾਲ ਹੋਣਾ ਨਹੀਂ ਚਾਹੀਦਾ ਕਿਤੇ ਵੀ, ਜੇ ਹੋਇਆ ਹੈ ਤਾਂ। ਪਰ TMC ਦਾ ਜਿਹੜਾ ਤ੍ਰਿਣਮੂਲ ਕਾਂਗਰਸ ਦਾ ਦੋਸ਼ ਆ ਕਿ ਮਮਤਾ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ, ਉਹਦੇ ਤੇ ਹਮਲਾ ਹੋਇਆ ਆ, ਪਰ ਹਾਲੇ ਤੱਕ ਇਸ ਗੱਲ ਦਾ ਪੂਰਾ ਖੁਲਾਸਾ ਨਹੀਂ ਹੋਇਆ। ਪੁਲਿਸ ਜਾਂਚ ਕਰ ਰਹੀ ਆ, ਪਰ ਫਿਰ ਵੀ ਮੈਂ ਦੇਖਿਆ ਵੀ ਕਈ ਆਗੂ ਜਿਹੜੇ ਆ ਇੰਨੇ ਕਾਲੇ ਪੈ ਜਾਂਦੇ ਆ ਵੀ ਫਟਾਫਟ ਉਹਦੇ ਤੇ ਆਪਣਾ ਰਿਐਕਸ਼ਨ ਦੇਣ ਲੱਗ ਪੈਂਦੇ ਆ। ਹੁਣ ਦੇਖ ਲਓ, ਜਿੱਦਣ ਉਹਨਾਂ ਦੇ ਸੱਟ ਲੱਗਦੀ ਆ, ਉਦਣ ਹੀ ਕਾਂਗਰਸ ਦੇ ਜਿਹੜੇ ਆ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਧੀਰ ਰੰਜਨ ਚੌਧਰੀ, ਜਿਨ੍ਹਾਂ ਨੇ ਬੰਗਾਲ ਦੇ ਵਿੱਚ ਹੁਣ ਕਾਂਗਰਸ ਦੀਆਂ ਚੋਣਾਂ ਦੀ ਕਮਾਨ ਸੰਭਾਲੀ ਆ, ਉਹਨਾਂ ਨੇ ਫਟਾਫਟ ਬਿਨਾਂ ਦੇਰੀ ਕੀਤਿਆਂ ਇਹ ਕਹਿ ਦਿੱਤਾ ਕਿ ਦੀਦੀ ਡਰਾਮਾ ਰਚ ਰਹੀ ਆ। ਇਸ ਤੋਂ ਅੱਗੇ ਜਾ ਕੇ ਭਾਜਪਾ ਦੇ ਜਿਹੜੇ ਵਿਜੇ ਵਰਗੀ ਆ, ਉਹਨਾਂ ਨੇ ਵੀ, ਤੇ ਇੱਕ ਸੰਜੇ ਢਿੱਲੋਂ ਹੋਣੀ ਆ, ਉਹ ਵੀ ਉੱਥੇ ਉਹਨਾਂ ਨੇ, ਸੰਜੇ ਆ ਢਿੱਲੋਂ ਨਹੀਂ ਸ਼ਾਇਦ, ਸੰਜੇ ਆ, ਉਹਨਾਂ ਨੇ ਵੀ ਇਸੇ ਗੱਲ ਨੂੰ ਲੈ ਕੇ ਅੱਗੇ ਤੋਰ ਦਿੱਤਾ ਬਈ ਨਹੀਂ, ਇਹ ਤਾਂ ਨਿਰਾ ਡਰਾਮਾ ਸੀਗਾ ਜਿਹੜਾ ਕਿ ਦੀਦੀ ਨੇ ਇੱਕ ਹਮਦਰਦੀ ਦੀ ਵੋਟ ਲੈਣ ਵਾਸਤੇ ਕੀਤਾ ਗਿਆ। ਤੇ ਜੇ ਇਹਨਾਂ ਵੱਲ ਨੂੰ ਆਪਾਂ ਵਿਸ਼ਵਾਸ ਕਰੀਏ ਤਾਂ ਫਿਰ ਜਿਹੜਾ ਉਹਨਾਂ ਦੇ ਲੱਤ ਤੇ ਪੈਰ ਤੇ ਪਲਾਸਟਰ ਲੱਗਾ ਆ, ਤੇ ਕੀ ਉਹ ਵੀ ਡਰਾਮਾ ਆ? ਤੇ ਜੇ ਇਹ ਡਰਾਮਾ ਆ ਤੇ ਜਿਨ੍ਹਾਂ ਡਾਕਟਰਾਂ ਨੇ ਉਹਨਾਂ ਦੇ ਪਲਾਸਟਰ ਲਾਇਆ ਉਹ ਵੀ ਇਸ ਡਰਾਮੇ ਦਾ ਹਿੱਸਾ ਆ, ਤਾਂ ਉਹਨਾਂ ਨੂੰ ਫਿਰ ਮੁਅੱਤਲ ਕਿਉਂ ਨਹੀਂ ਕੀਤਾ ਗਿਆ? ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਅਗਲੀ ਗੱਲ, ਜੇ ਇਹ ਵੀ ਲੱਗਦਾ ਵੀ ਡਰਾਮਾ ਆ ਤੇ ਐਕਸਰੇ ਰਿਪੋਰਟਾਂ ਦੇ ਵਿੱਚ ਜਿਹੜੀ ਹੱਡੀ ਟੁੱਟੀ ਆਈ ਆ, ਫਿਰ ਤੋਂ ਮਸ਼ੀਨਾਂ ਵੀ ਡਰਾਮਾ ਕਰਦੀਆਂ। ਹੁਣ ਇਹ ਡਰਾਮਾ ਕਹਿਣ ਨੂੰ ਕਾਹਲੀ ਕਰ ਦਿੱਤੀ, ਇਹ ਡਰਾਮਾ ਪ੍ਰੂਵ ਕਿੱਥੇ ਕਿੱਥੇ ਕਰਨਗੇ? ਤੇ ਅਧੀਰ ਰੰਜਨ ਚੌਧਰੀ ਜਿਹੜੇ ਆ, ਅਗਲੇ ਦਿਨ ਉਹਨਾਂ ਦੀ ਹਸਪੀਟਲ ਦੇ ਬੈੱਡ ਤੋਂ ਤਸਵੀਰ ਵੀ TMC ਜਾਰੀ ਕਰਦੀ ਆ, ਹਸਪੀਟਲ ਤੋਂ ਜਾਰੀ ਹੁੰਦੀ ਆ, ਮੈਡੀਕਲ ਬੁਲੇਟਿਨ ਜਾਰੀ ਹੁੰਦਾ ਆ, ਉਹਨਾਂ ਦੀ ਲੱਤ ਦੇ ਪਲਾਸਟਰ ਲੱਗਾ ਹੋਇਆ ਦਿਸਦਾ ਆ। ਫਿਰ ਵੀ ਅਧੀਰ ਰੰਜਨ ਨਹੀਂ ਮੰਨਦੇ, ਕਹਿੰਦੇ ਇਦਾਂ ਹੋ ਕਿੱਦਾਂ ਸਕਦਾ ਵੀ ਇੱਕ CM ਆ ਜਿਹਨੂੰ ਉਹਨਾਂ ਨੇ ਮੁੱਖ ਮੰਤਰੀ ਦੇ ਨਾਲ ਪੁਲਿਸ ਮੰਤਰੀ ਵੀ ਕਿਹਾ, ਮਮਤਾ ਨੂੰ ਉਹਨਾਂ ਨੇ ਪੁਲਿਸ ਮੰਤਰੀ ਵੀ ਕਿਹਾ, ਤੇ ਪੁਲਿਸ ਦਾ ਸਾਰਾ ਤੰਤਰ ਇਹਨਾਂ ਦੇ ਹੱਥ ਵਿੱਚ ਆ, ਤੇ ਫਿਰ ਬਾਵਜੂਦ ਇਸ ਦੇ ਇਹਨਾਂ ਤੇ ਹਮਲਾ ਕਿਵੇਂ ਹੋ ਗਿਆ? ਬਜਾਏ ਇਸ ਦੇ ਕਿ ਉਹਨਾਂ ਨਾਲ ਹਮਦਰਦੀ ਜਤਾਉਂਦੇ, ਉਹਨਾਂ ਦਾ ਹਾਲ ਚਾਲ ਪੁੱਛਦੇ, ਵੀ ਅੱਗੇ ਤੋਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ, ਤੇ ਇਹੋ ਜਿਹੇ ਸਵਾਲ ਉਠਾਉਣੇ, ਇਹ ਸਿਆਸੀ ਤੌਰ ਤੇ ਤਾਂ ਮੰਨਿਆ ਜਾਊਗਾ ਸਹੀ, ਪਰ ਇੱਕ ਇਨਸਾਨੀਅਤ ਤੌਰ ਤੇ ਇਹਨੂੰ ਕਦੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਤੁਹਾਡੀ ਲੜਾਈ ਬੇਸ਼ੱਕ ਜਿੰਨੀ ਮਰਜ਼ੀ ਸਿਆਸੀ ਤੌਰ ਤੇ ਹੋਊਗੀ, ਸੱਤਾ ਦੀ ਹੋਊਗੀ, ਕੁਰਸੀ ਦੀ ਹੋਊਗੀ, ਰਾਜ ਦੀ ਹੋਊਗੀ, ਪਰ ਇੱਕ ਇਨਸਾਨੀਅਤ ਤੌਰ ਤੇ ਤਾਂ ਤੁਹਾਡੀ ਇੱਕ ਸੰਵੇਦਨਾ ਜੁੜੀ ਹੋਣੀ ਚਾਹੀਦੀ ਆ। ਮੈਂ ਤਾਂ ਇਹਦੇ ਵਿੱਚ ਇਹ ਵੀ ਸਮਝਦਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ, ਗ੍ਰਹਿ ਮੰਤਰੀ
ਈਵਨ ਕਿ ਕਾਂਗਰਸ ਦੀ ਪ੍ਰਧਾਨ ਜਿਹੜੀ ਹੁਣ ਬਣਨ ਵਾਲੀ ਆ ਕਾਰਜਕਾਰੀ ਆ ਸੋਨੀਆ ਗਾਂਧੀ, ਰਾਹੁਲ ਗਾਂਧੀ ਵਰਗਿਆਂ ਨੇ ਵੀ ਟਵੀਟ ਕਰਨਾ ਵੀ ਸਹੀ ਨਹੀਂ ਸਮਝਿਆ ਵੀ ਘੱਟੋ ਘੱਟ ਅਸੀਂ ਉਹਨਾਂ ਨਾਲ ਇੱਕ ਹਮਦਰਦੀ ਦਾ ਪ੍ਰਗਟਾਵਾ ਹੀ ਕਰ ਲਈਏ ਜੀ। ਕਾਂਗਰਸ ਦੇ ਜਿਹੜੇ ਆਗੂ ਆ, ਜੇ ਚੌਧਰੀ ਕਹਿ ਰਹੇ ਡਰਾਮਾ ਆ, ਤਾਂ ਉਸ ਤੋਂ ਅੱਗੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਉਹ ਵੀ ਕਾਂਗਰਸ ਦੇ ਆ, ਲੇਕਿਨ ਉਹਨਾਂ ਨੇ ਇਸ ਦੀ ਨਿੰਦਾ ਕੀਤੀ ਆ ਵੀ ਜੇ ਹਮਲਾ ਹੋਇਆ ਤਾਂ ਮੈਂ ਇਹਦੀ ਨਿੰਦਾ ਕਰਦਾ ਆ, ਮਮਤਾ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦਾ ਆ। ਇਸ ਦੇ ਨਾਲ ਮਨੀਸ਼ ਤਿਵਾੜੀ ਨੇ ਵੀ ਇਸ ਤਰੀਕੇ ਨਾਲ ਉਹਨਾਂ ਨੂੰ ਟਵੀਟ ਕੀਤਾ। ਸੋ ਕਾਂਗਰਸ ਦੇ ਆਪਣੇ ਹੀ ਵਿਚਾਰ ਨਹੀਂ ਰਲਦੇ ਤਾਂ ਫਟਾਫਟ ਜਾ ਕੇ ਆਪਾਂ ਕਿਸੇ ਤਰੀਕੇ ਨੂੰ ਨਿਚੋੜ ਕੱਢ ਦਿੰਦੇ ਆ। ਇਹ ਕਿਸ ਹੱਦ ਤੱਕ ਜਾਇਜ਼ ਆ? ਰੱਬ ਇਹੋ ਜਿਹਾ ਕਿਸੇ ਨਾਲ ਨਾ ਕਰੇ। ਪਤਾ ਨਹੀਂ ਹੁੰਦਾ ਆਉਣ ਵਾਲਾ ਸਮਾਂ ਕਿਹਦੇ ਲਈ ਕਿਵੇਂ ਜਾ ਹੋਵੇ। ਮੈਂ ਥੋੜੀ ਜਿਹੀ ਪਿੱਛੇ ਜਾਵਾਂ, ਯਾਦ ਹੋਊਗਾ ਤੁਹਾਨੂੰ ਜਦੋਂ 2002-03 ਦੀਆਂ ਚੋਣਾਂ ਸੀਗੀਆਂ, ਉਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗੁਸਲਖਾਨੇ ਤੋਂ ਨਿਕਲਦਿਆਂ ਡਿੱਗ ਪਏ ਸੀਗੇ ਤਾਂ ਉਹਨਾਂ ਦਾ ਚੂੜਾ ਟੁੱਟ ਗਿਆ ਸੀਗਾ। ਉਦੋਂ ਵੀ ਕੁਝ ਕਾਂਗਰਸੀਆਂ ਨੇ ਉਹਨਾਂ ਤੇ ਇਹੋ ਜਿਹਾ ਮਜ਼ਾਕ ਕੀਤਾ ਸੀਗਾ ਔਰ ਉਹਨਾਂ ਨੂੰ ਉਹ ਸਾਰਾ ਪ੍ਰਚਾਰ ਚੋਣਾਂ ਦਾ ਜਿਹੜਾ ਇੱਕ ਗੱਡੀ ਬਣਾਈ ਗਈ ਸੀ ਜਿਹਦੇ ਉੱਤੇ ਕੁਰਸੀ ਤੇ ਬਹਿ ਕੇ ਉਹ ਜਾ ਕੇ ਪ੍ਰਚਾਰ ਕਰਦੇ ਦੇਖੇ ਗਏ ਸੀ। ਵੀ ਹਾਈਡ੍ਰੋਲਿਕ ਗੱਡੀ ਸੀ, ਜਦੋਂ ਬਟਨ ਦੱਬਦੇ ਸੀ ਤੇ ਕੁਰਸੀ ਉੱਪਰੋਂ ਬਾਹਰ ਨਿਕਲ ਆਉਂਦੀ ਸੀ ਗੱਡੀ ਦੇ, ਤੇ ਵਿੱਚ ਬਹਿ ਜਾਂਦੇ ਸੀਗੇ। ਉਹਨਾਂ ਦੀ ਹਾਲਤ ਇਹੋ ਜਿਹੀ ਸੀਗੀ। ਉਦੋਂ ਵੀ ਉਹਨਾਂ ਦੇ ਮਜ਼ਾਕ ਉਡਾਇਆ ਗਿਆ ਸੀ। ਮਜ਼ਾਕ ਜਿਹੜਾ ਨਿੱਜੀ ਤੌਰ ਤੇ ਇਹੋ ਜਿਹਾ ਉਡਾਉਣਾ ਇਹ ਜਾਇਜ਼ ਨਹੀਂ ਹੈ। ਸਿਆਸੀ ਤੌਰ ਤੇ ਲੜਾਈ ਲੜੋ, ਮੁੱਦਿਆਂ ਦੀ ਲੜਾਈ ਲੜੋ, ਹੋਰ ਜਿੱਧਰ ਮਰਜ਼ੀ ਤੁਸੀਂ ਉਹਨਾਂ ਨੂੰ ਘੇਰਨਾ ਘੇਰੋ, ਪਰ ਇਹ ਗੱਲ ਜੱਚਦੀ ਨਹੀਂ ਸਿਆਸਤ ਦੇ ਵਿੱਚ ਵੀ ਕਿਸੇ ਨੂੰ ਇਹੋ ਤਰੀਕੇ ਨਾਲ ਸੱਟ ਲੱਗੀ ਹੋਵੇ। ਕੱਲੀ ਲੱਤ ਦੀ ਨਹੀਂ, ਡਾਕਟਰਾਂ ਦਾ ਬੁਲੇਟਿਨ ਦੇਖੀਏ ਤਾਂ ਉਹਨਾਂ ਦੇ ਮੋਢੇ ਤੇ ਵੀ ਸੱਟ ਆ, ਉਹਨਾਂ ਦੇ ਗਲ ਦੇ ਉੱਤੇ ਵੀ ਸੱਟ ਆ, ਕਈ ਤਰ੍ਹਾਂ ਦੇ ਸੱਟਾਂ ਉਹਨਾਂ ਦੇ ਲੱਗੀਆਂ ਆ। ਇਸੇ ਤੋਂ ਸਾਬਤ ਹੁੰਦਾ ਆ ਵੀ ਉਹਨਾਂ ਨੂੰ ਹੋ ਸਕਦਾ ਜੇ ਧੱਕਾ ਨਹੀਂ ਵੀ ਮਾਰਿਆ, ਜੇ ਆਪਣੇ ਆਪ ਹੀ ਧੱਕਾ ਲੱਗਾ, ਸੱਟ ਤਾਂ ਲੱਗੀ ਹੈ ਨਾ, ਉਹਨਾਂ ਨੂੰ ਚਾਹ ਆਉਂਦਾ ਵੀ ਮੋਹਰੇ ਚੋਣਾ ਸਿਰ ਤੇ ਆ ਤੇ ਉਹ ਆਪ ਦਾ ਪਲਾਸਟਰ ਲਾ ਕੇ ਬਹਿ ਜੂਗੀ ਉੱਥੇ। ਇਹ ਕਿਵੇਂ ਸੋਚ ਲੈਂਦੇ ਇਸ ਤਰੀਕੇ ਨਾਲ ਵੀ ਇੱਕ ਇਹੋ ਜਿਹੀ ਲੀਡਰ ਜਿਹਨੇ ਤੁਹਾਨੂੰ ਕੱਲਿਆਂ ਨੂੰ ਵਕਤ ਪਾਇਆ ਹੋਇਆ, ਸਾਰੀ ਲੀਡਰਸ਼ਿਪ ਬੀਜੇਪੀ ਦੀ, ਕੇਂਦਰ ਦੇ ਸਾਰੇ ਮੰਤਰੀ ਉਸ ਇਕੱਲੀ ਬੀਬੀ ਦਾ ਮੁਕਾਬਲਾ ਕਰਨ ਲਈ ਪੱਛਮੀ ਬੰਗਾਲ 'ਚ ਭੇਜੇ ਹੋਏ ਆ, ਤੇ ਉਹ ਤੁਹਾਨੂੰ ਲੱਗਦੀ ਵੀ ਮੈਦਾਨ ਛੱਡ ਜਾਊਗੀ ਇਸ ਤਰੀਕੇ ਨਾਲ। ਸੋ ਇਹ ਜਿਹੜੀ ਸੱਟ ਨੂੰ ਡਰਾਮਾ ਕਹਿਣਾ ਬਹੁਤ ਹੀ ਨਿੰਦਾ ਵਾਲੀ ਗੱਲ ਆ। ਇਹਨੂੰ ਸੋਚ ਸਮਝ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਬੋਲਣਾ ਚਾਹੀਦਾ ਜੀ। ਤੇ ਨਾਲੇ ਲੋਕ ਕਿਹੜੇ ਇੰਨੇ ਪਾਗਲ ਨੇ ਕਿ ਜਿਹੜੇ ਇਮੋਸ਼ਨਲ ਹੋ ਕੇ ਪਲਸਤਰ ਵੇਖ ਕੇ ਵੋਟਾਂ ਪਾ ਦੇਣਗੇ, ਕਿਉਂਕਿ ਉਹ ਕਹਿ ਰਹੇ ਨੇ ਕਿ ਇਮੋਸ਼ਨਲ ਡਰਾਮਾ ਖੇਡ ਰਹੇ ਨੇ ਮਮਤਾ ਬੈਨਰਜੀ। ਕੁਝ ਹੱਦ ਤੱਕ ਹੋ ਵੀ ਸਕਦਾ ਆ, ਪਰ ਫਿਰ ਵੀ ਜਦੋਂ ਉਹਨੇ ਉਹਦੇ ਵਿੱਚੋਂ ਵੀਡੀਓ ਸੰਦੇਸ਼ ਜਾਰੀ ਕੀਤਾ ਹਸਪਤਾਲ ਤੋਂ ਬੈਠਿਆਂ 'ਚ, ਉਹਨਾਂ ਨੇ ਕਿਹਾ ਵੀ 1-2 ਦਿਨ ਦੇ ਵਿੱਚ ਮੈਂ ਫੇਰ ਆ ਰਹੀ ਹਾਂ ਪ੍ਰਚਾਰ ਕਰਨ ਲਈ, ਬੇਸ਼ੱਕ ਮੈਨੂੰ ਵੀਲ ਚੇਅਰ ਤੇ ਕਰਨਾ ਪਵੇ। ਤੇ ਜੇ ਉਹਨੂੰ ਹਮਦਰਦੀ ਵੋਟ ਦੀ ਆਸ ਹੋਵੇ ਤੇ ਹਸਪਤਾਲ 'ਚ ਬੈਠੀ ਰਹੂਗੀ ਉਹ। ਜੇ ਉਹਨੂੰ ਇੰਨੀ ਹੈਗਾ ਕੌਨਫੀਡੈਂਸ ਹੋ ਜਾਵੇ ਵੀ ਲੈ ਵੀ ਮੈਂ ਹੁਣ ਸੱਟ ਲਵਾ ਲਈ ਆ, ਮੈਨੂੰ ਤਾਂ ਵੋਟਾਂ ਐਂ ਹੀ ਪੈ ਜਾਣੀਆਂ, ਤੇ ਫਿਰ ਉਹ ਹਸਪੀਟਲ 'ਚ ਕਿਉਂ ਨਿਕਲੂਗੀ? ਪਰ ਜਿਹੜੀ ਉਹਦੀ ਹਾਲਤ ਸੀਗੀ ਗੱਡੀ ਦੇ ਵਿੱਚ, ਸਕਾਰਪੀਓ ਗੱਡੀ ਸੀਗੀ, ਸੱਟ ਲੱਗਣ ਤੋਂ ਬਾਅਦ ਜੋ ਦ੍ਰਿਸ਼ ਸੀਸੀਟੀਵੀ ਤੋਂ ਜਾਂ ਹੋਰ ਕੈਮਰਿਆਂ ਤੋਂ ਆਏ ਆ, ਉਹਦੀ ਹਾਲਤ ਦੱਸਦੀ ਸੀ ਕਿ ਉਹ ਬਾਹਲੀ ਜ਼ਿਆਦਾ ਦਰਦ ਵਿੱਚ ਸੀਗੀ, ਉਹਨੂੰ ਸੱਟ ਗੰਭੀਰ ਲੱਗੀ ਸੀਗੀ। ਇਹਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ, ਪਰ ਮੈਨੂੰ ਲੱਗਦਾ ਵੀ ਕੇਂਦਰੀ ਮੰਤਰੀਆਂ ਨੂੰ ਵੀ ਉਹਦੇ ਪ੍ਰਤੀ ਹੁਣ ਤੱਕ ਵੀ ਹਜੇ ਤੱਕ ਨਹੀਂ ਕੀਤੀ ਉਹਨਾਂ ਨੇ ਜੇ ਹਮਦਰਦੀ ਪ੍ਰਗਟ ਕਰ ਲੈਣੀ ਚਾਹੀਦੀ ਸੀਗੀ। ਇਹ ਇੱਕ ਸ਼ਿਸ਼ਟਾਚਾਰ ਹੁੰਦਾ ਆ, ਸਿਆਸਤ ਦੇ ਵਿੱਚ ਹੋਵੇ ਚਾਹੇ ਗਰਾਊਂਡ ਲੈਵਲ ਤੇ ਕਿਤੇ ਵੀ ਹੋਵੇ, ਘਰਾਂ ਦੇ ਵਿੱਚ ਹੋਵੇ, ਇੱਕ ਸ਼ਿਸ਼ਟਾਚਾਰ ਹੁੰਦਾ ਆ। ਬੇਸ਼ੱਕ ਆਪਾਂ ਕਹਿ ਦਿੰਦੇ ਨਾ ਵੀ ਅਫਸੋਸ ਤੇ ਨਹੀਂ ਰਹਿਣਾ ਚਾਹੀਦਾ ਬੰਦਾ, ਖੁਸ਼ੀ ਤੇ ਭਾਵੇਂ ਰਹਿ ਜਾਵੇ ਕੋਈ ਗੱਲ ਨਹੀਂ ਹੁੰਦਾ, ਤੇ ਖੁਸ਼ੀ ਵਾਲੇ ਟਾਈਮ ਜੇ ਨਾ ਵੀ ਜਾਵੇ ਤਾਂ ਬੰਦੇ ਨੂੰ ਕੋਈ ਰੁੱਸਾ ਵੀ ਨਹੀਂ ਹੁੰਦਾ। 100 ਬਹਾਨੇ ਆਪਾਂ ਲਾ ਸਕਦੇ ਹਾਂ। ਜਦੋਂ ਅਫਸੋਸ ਵੇਲੇ ਜਾਂ ਇਹੋ ਜਿਹੀ ਹਮਦਰਦੀ ਪ੍ਰਗਟ ਕਰਨ ਵੇਲੇ ਰਹਿ ਜਾਵੇ ਤਾਂ ਬੰਦੇ ਦਾ ਸਾਰੀ ਉਮਰ ਤੇ ਗਲਾਂਭਾ ਰਹਿੰਦਾ, ਜਾ ਯਾਰ ਤੂੰ ਤਾਂ ਆਇਆ ਨਹੀਂ ਸੀ ਉਦੋਂ, ਮੇਰੀ ਬਾਤ ਹੀ ਨਹੀਂ ਪੁੱਛੀ। ਇਹ ਤਰੀਕੇ ਨਾਲ ਇਸ ਤਰੀਕਾ ਨਹੀਂ ਹੋਣਾ ਚਾਹੀਦਾ, ਕਿਉਂਕਿ ਕੱਲ ਨੂੰ ਪਤਾ ਨਹੀਂ ਕਿਹਦੇ ਤੇ ਕਿਹੋ ਜਿਹਾ ਟਾਈਮ ਆ ਜਾਣਾ। ਸੋ ਇਹਨੂੰ ਆਪਣਾ ਸਾਰਾ ਭਵਿੱਖ ਦਾ ਵਿਚਾਰ ਕੇ, ਸਰਕਾਰਾਂ ਆਉਂਦੀਆਂ ਰਹਿੰਦੀਆਂ, ਬਣਦੀਆਂ ਰਹਿੰਦੀਆਂ, ਸੱਤਾ ਆਉਂਦੀ ਰਹਿੰਦੀ ਜਾਂਦੀ ਰਹਿੰਦੀ, ਕੁਰਸੀ ਕਦੇ ਕਿਸੇ ਕੋਲ ਆ ਕਦੀ ਕਿਸੇ ਕੋਲ ਆ, ਪਰ ਜਿਹੜੇ ਇਹਨਾਂ ਦੇ ਆਪਸੀ ਨਿੱਜੀ ਸੰਬੰਧ ਆ, ਨਿੱਜੀ ਰਿਲੇਸ਼ਨ ਆ, ਉਹ ਨਹੀਂ ਕਿਸੇ ਤਰੀਕੇ ਨਾਲ ਆਹਤ ਹੋਣੇ ਚਾਹੀਦੇ। ਸ਼ੇਖਰ ਸਾਹਿਬ, ਅਸੀਂ ਸਿਆਸਤ ਦੀ ਗੱਲ ਕਰ ਰਹੇ ਹਾਂ ਤੇ ਹੁਣ ਰਾਹੁਲ ਗਾਂਧੀ ਵੱਲ ਜਾਂਦੇ ਹਾਂ, ਜਿਹੜੇ ਕਿ ਅਕਸਰ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਚੋਭਾ ਲਾਉਂਦੇ ਰਹਿੰਦੇ ਨੇ, ਤੇ ਹੁਣ ਫੇਰ ਕਹਿੰਦੇ ਨੇ ਕਿ ਭਾਰਤ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਇਹ ਚੋਭਾ ਵੀ ਤਕੜਾ ਲਾਉਂਦੇ ਆ। ਜਦੋਂ ਉਹਨਾਂ ਦਾ ਕੋਈ ਟਵੀਟ ਕੀਤਾ ਹੋਵੇ ਜਾਂ ਮੰਨ ਲਓ ਸਵੇਰੇ ਸਵੇਰੇ ਆ ਕੇ ਉਹ ਪ੍ਰੈਸ ਕਾਨਫਰੰਸ ਤੇ ਬਹਿ ਜਾਣ ਨਾ, ਤੇ ਇਦਾਂ ਕਦੇ ਹੋਇਆ ਨਹੀਂ ਵੀ ਉਹਦੇ ਜਵਾਬ ਦੇਣ ਲਈ 2-3 ਮੰਤਰੀ ਭਾਜਪਾ ਦੇ ਨਾਂ ਆਏ ਹੋਣ। ਉਹ ਉਸੇ ਦਿਨ ਹੀ ਆ ਕੇ ਉਹਦਾ ਜਵਾਬ ਦੇਣਗੇ। ਹੋਰ ਕਿਸੇ ਦਾ ਉਹ ਜਵਾਬ ਦੇਣ ਚਾਹੇ ਨਾ ਦੇਣ, ਰਾਹੁਲ ਦੀ ਜਿਹੜੀ ਪ੍ਰੈਸ ਕਾਨਫਰੰਸ ਔਰ ਰਾਹੁਲ ਦੀ ਟਵੀਟ ਦਾ ਜਵਾਬ ਭਾਜਪਾ ਦੇ ਮੰਤਰੀ ਜਿਹੜੇ ਆ ਜ਼ਰੂਰ ਦਿੰਦੇ ਆ। ਅਕਸਰ ਉਹ ਕਹਿੰਦੇ ਰਹਿੰਦੇ ਆ ਵੀ ਭਾਰਤ ਵਿੱਚ ਆਹ ਹੋ ਗਿਆ, ਮੋਦੀ ਸਰਕਾਰ ਦੇ ਵਿੱਚ ਇਦਾਂ ਹੋ ਗਿਆ, ਇਦਾਂ ਹੋ ਗਿਆ। 3-4 ਉਹਨਾਂ ਨੇ ਇੱਕ ਮੁਹਾਵਰਿਆਂ ਦੀ ਝੜੀ ਵੀ ਲਾਤੀ ਸੀਗੀ, ਖਿਸਿਆਨੀ ਬਿੱਲੀ ਖੰਭਾ ਨੋਚੇ, ਬਿੱਲੀ ਹੱਜ ਨੂੰ ਚੱਲੀ, ਕਈ ਕੁਛ ਉਹਨਾਂ ਨੇ ਇਹੋ ਜਿਹੇ ਮੁਹਾਵਰੇ ਲਾ ਕੇ ਵੀ ਸਰਕਾਰ ਦੇ ਉੱਤੇ ਚੋਟ ਕੀਤੀ ਸੀਗੀ। ਪਰ ਹੁਣ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਬਹੁਤ ਗੰਭੀਰ ਮਸਲਾ ਆ। ਉਹਨਾਂ ਦਾ ਕਹਿਣਾ ਆ ਕਿ ਭਾਰਤ ਵਿੱਚ ਹੁਣ ਲੋਕਤੰਤਰ ਨਾਂ ਦੀ ਕੋਈ ਚੀਜ਼ ਰਹੀ ਨਹੀਂ।
ਮਤਲਬ ਕਹਿਣ ਦਾ ਭਈ ਦੇਸ਼ ਜਿਹੜਾ ਆਪਣਾ ਭਾਰਤ ਲੋਕਤੰਤਰ ਦੇਸ਼ ਨਹੀਂ ਰਿਹਾ। ਉਹਨਾਂ ਨੇ ਇਹਦਾ ਹਵਾਲਾ ਦਿੱਤਾ ਸਵੀਡਨ ਦੀ ਇੱਕ ਸੰਸਥਾ ਦਾ, ਜਿਨ੍ਹਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਵੀ ਭਾਰਤ ਵਿੱਚ ਲੋਕਤੰਤਰ ਦੇ ਜਿਹੜੇ ਅੰਕੜਾ ਉਹ ਘਟਦਾ ਜਾ ਰਿਹਾ। ਉਹਨਾਂ ਨੇ ਬੇਸ ਲਿਆ ਆ ਅਮਰੀਕਾ ਦੀ ਫਰੀडम ਹਾਊਸ ਹੈ ਇੱਕ NGO, ਜਿਨ੍ਹਾਂ ਨੇ ਆਪਣੀ ਰਿਪੋਰਟ ਪਿਛਲੇ ਦਿਨੀ ਪੇਸ਼ ਕੀਤੀ ਸੀਗੀ ਵੀ ਜਿੱਥੇ ਮੁਕੰਮਲ ਆਜ਼ਾਦੀ ਦੀ ਗੱਲ ਕਰਦੇ ਸੀਗੇ ਭਾਰਤ ਵਿੱਚ ਲੋਕਤੰਤਰ ਦੀ, ਉੱਥੇ ਹੁਣ ਘਟ ਕੇ ਅੰਸ਼ਕ ਰਹਿ ਗਈ ਆ। ਜਿੱਥੇ ਇਹਨਾਂ ਦਾ ਅੰਕੜਾ ਪਹਿਲਾਂ 67 ਸੀ, ਉਹ ਘਟ ਕੇ 10 ਪੁਆਇੰਟ ਪਿੱਛੇ ਚਲੇ ਗਿਆ ਆ, ਲਗਾਤਾਰ ਡਿੱਗਦਾ ਜਾ ਰਿਹਾ ਆ। ਉਸ ਰਿਪੋਰਟ ਦੇ ਵਿੱਚ ਵੀ ਫਰੀडम ਹਾਊਸ ਵਾਲੀ 'ਚ ਕਿਹਾ ਗਿਆ ਸੀ ਵੀ 2014 ਤੋਂ ਜਦੋਂ ਤੋਂ ਨਰਿੰਦਰ ਮੋਦੀ ਹੁਣੀ ਪ੍ਰਧਾਨ ਮੰਤਰੀ ਬਣੇ ਆ, ਭਾਰਤ ਵਿੱਚ ਲੋਕਤੰਤਰ ਦੀ ਆਜ਼ਾਦੀ ਨੂੰ ਖਤਰਾ ਲਗਾਤਾਰ ਪੈਦਾ ਹੁੰਦਾ ਜਾ ਰਿਹਾ ਆ। ਇਹ ਆਜ਼ਾਦੀ ਜਿਹੜੀ ਲੋਕਤੰਤਰ ਦੀ ਵਿਚਾਰਾਂ ਦੀ ਆਜ਼ਾਦੀ ਆ, ਹੋਰ ਸਾਰੇ ਪੱਖੋਂ ਨਿਰਪੱਖਤਾ ਦੀ ਆਜ਼ਾਦੀ ਆ, ਉਹ ਘਟਦੀ ਜਾ ਰਹੀ ਆ। ਉਹਨੂੰ ਲੈ ਕੇ ਰਾਹੁਲ ਨੇ ਨਿਸ਼ਾਨਾ ਬਣਾਇਆ ਵੀ ਭਾਰਤ ਵਿੱਚ ਇਸ ਵੇਲੇ ਕਿਸੇ ਤਰ੍ਹਾਂ ਦਾ ਲੋਕਤੰਤਰ ਹੈ ਨਹੀਂ। ਬੇਸ਼ੱਕ ਉਸ ਫਰੀडम ਹਾਊਸ ਦੀ ਰਿਪੋਰਟ ਤੇ ਕੇਂਦਰ ਨੇ, ਵਿਦੇਸ਼ ਮੰਤਰਾਲੇ ਨੇ ਬੜਾ ਸਖਤ ਪ੍ਰਤੀਕਰਮ ਦਿੱਤਾ ਸੀਗਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਆ, ਇਹ ਇੱਕ ਪਾਸੜ ਲਈ ਗਈ ਆ, ਜਦ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਬਹੁਤ ਉੱਚੀਆਂ ਆ, ਹਜੇ ਵੀ ਉਸੇ ਤਰੀਕੇ ਨਾਲ ਬਰਕਰਾਰ ਆ। ਪਰ ਜਦੋਂ ਵਿਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਰਿਪੋਰਟਾਂ ਪੇਸ਼ ਕਰਦੀਆਂ ਤਾਂ ਉਹਨਾਂ ਦੇ ਉੱਤੇ ਚਰਚਾ ਹੋਣੀ, ਉਹਨਾਂ ਤੇ ਸਵਾਲ ਹੋਣਾ ਬਣਦਾ ਆ। ਇਹ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਵੀ ਜੇ ਵਿਦੇਸ਼ਾਂ ਨੇ ਇਸ ਤਰੀਕੇ ਨਾਲ ਲਈਆਂ ਆ, ਕੱਲੀ ਉਹਨੇ ਭਾਰਤ ਦੀ ਗੱਲ ਨਹੀਂ ਕੀਤੀ ਸੀ ਕਿ ਫਰੀडम ਹਾਊਸ ਨੇ, ਉਹਨੇ ਅਮਰੀਕਾ ਦੀ ਗੱਲ ਵੀ ਕੀਤੀ ਸੀ ਵੀ ਪਿਛਲੇ ਸਮੇਂ 'ਚ ਉਹਨਾਂ ਨੇ ਡੋਨਾਲਡ ਟਰੰਪ ਦੇ ਨਾਲ ਤੁਲਨਾ ਕੀਤੀ ਸੀ ਵੀ ਜਦੋਂ ਤੋਂ ਰਾਸ਼ਟਰਪਤੀ ਬਣੇ ਆ, ਇੱਥੇ ਲੋਕਤੰਤਰ ਦਾ ਜਿਹੜਾ ਅੰਕੜਾ ਆ ਉਹ ਘਟਦਾ ਗਿਆ ਆ। ਹੁਣ ਥੋੜਾ ਸੁਧਾਰ ਹੋਣ ਦੀ ਉਮੀਦ ਜ਼ਰੂਰ ਜਤਾਈ ਆ ਉਹਨਾਂ ਨੇ ਵੀ ਜੋ ਬਾਈਡਨ ਜਦੋਂ ਤੋਂ ਬਣੇ ਆ ਉਦੋਂ ਤੋਂ ਲੋਕਤੰਤਰ ਵਿੱਚ ਕੁਝ ਸੁਧਾਰ ਹੋਇਆ। ਪਰ ਸਰਕਾਰ, ਸਾਡੀ ਭਾਰਤ ਸਰਕਾਰ ਨੂੰ ਇਸ ਵੱਲ ਗੰਭੀਰਤਾ ਨਾਲ ਸੋਚਣਾ ਪਊਗਾ ਵੀ ਇਹੋ ਜਿਹੀਆਂ ਗੱਲਾਂ ਉੱਠੀਆਂ ਤੇ ਕਿਉਂ ਉੱਠੀਆਂ, ਕਿੱਥੇ ਕਮੀ ਰਹਿ ਗਈ ਆ, ਕਿੱਥੇ ਲੋਕਤੰਤਰ ਦਾ ਘਾਣ ਹੋ ਰਿਹਾ, ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ, ਇਹਦੇ ਬਾਰੇ ਉਹਨਾਂ ਨੂੰ ਵਿਚਾਰ ਕਰਨਾ ਪਵੇਗਾ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਜੇ ADR ਦੀ ਗੱਲ ਕਰੀਏ ਤੇ ਉਹਨਾਂ ਨੇ ਕਾਂਗਰਸ ਦੇ ਪਤਨ ਨੂੰ ਜਰਾ ਕੁ ਖੋਲ ਕੇ ਦੱਸਿਆ ਆ, ਕੀ ਆ ਪੂਰਾ ਮਾਮਲਾ? ਇਹ ਹੈਗੀ ਹੈ ਜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ। ਇਹ ਆਮ ਕਰਕੇ ਹੀ ਜਦੋਂ ਕਿਤੇ ਚੋਣਾਂ ਲੱਗੇ ਹੋਣ, ਚਾਹੇ ਵਿਧਾਨ ਸਭਾ ਦੀਆਂ, ਚਾਹੇ ਲੋਕ ਸਭਾ ਦੀਆਂ, ਚਾਹੇ ਉਸ ਤਰੀਕੇ ਨਾਲ ਆਪਣਾ ਮੁਲਾਂਕਣ ਕਰਦੇ ਹੋਣ ਤਾਂ ਸਾਲ ਕੁ ਬਾਅਦ 2 ਸਾਲਾਂ ਬਾਅਦ ਰਿਪੋਰਟ ਜਾਰੀ ਕਰਦੇ ਹੁੰਦੇ ਆ। ਹੁਣ ਜਿਹੜੀ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ ਉਹ ਬੜੀ ਅਹਿਮ ਔਰ ਗੰਭੀਰ ਆ ਔਰ ਇਹਦੇ ਬਾਰੇ ਚਰਚਾ ਵੀ ਮੰਗਦੀ ਆ। ਉਹਦਾ ਕਹਿਣਾ ਆ ਵੀ 2016 ਤੋਂ ਲੈ ਕੇ 2020 ਦੇ ਵਿੱਚ ਘੱਟੋ ਘੱਟ ਨਹੀਂ ਤਾਂ 170 MLA ਇੱਦਾਂ ਦੇ ਆ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਗਏ ਜਾਂ ਹੋਰਨਾਂ ਪਾਰਟੀਆਂ 'ਚ ਚਲੇ ਗਏ ਆ। ਇਹ ਕਾਂਗਰਸ ਦੀ ਪੱਤਣ ਦੀ ਕਹਾਣੀ ਉਹਨਾਂ ਨੇ 2016 ਤੋਂ ਦੱਸੀ ਆ, ਪਰ ਮੈਂ ਤਾਂ ਸਮਝਦਾ ਵੀ 2014 ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਇਹਨਾਂ ਦੇ MP ਜਿਹੜੇ ਆ ਉਹ ਨਾਮਾਤਰ ਰਹਿ ਗਏ ਸੀਗੇ। ਵਿਰੋਧੀ ਧਿਰ ਵਾਲਾ ਜਿਹੜਾ ਦਰਜਾ ਵੀ ਉਹ ਵੀ ਕਿਤੇ ਨਾ ਕਿਤੇ ਖੁੱਸਣ ਦਾ ਜਿਹੜਾ ਖਤਰਾ ਪੈਦਾ ਹੋ ਗਿਆ ਸੀਗਾ। ਪਰ ਉਸ ਤੋਂ ਬਾਅਦ 2019 ਦੇ ਵਿੱਚ ਉਹਦੇ ਨਾਲੋਂ ਵੀ ਜ਼ਿਆਦਾ ਕੰਮ ਖਰਾਬ ਹੋ ਗਿਆ ਸੀਗਾ। ਗੱਲ ਇਹ ਨਹੀਂ ਹੈ ਕਿ ਰਿਪੋਰਟ ਦੇ ਵਿੱਚ ਉਹਨਾਂ ਨੇ ਇੰਨੇ MLA ਦੀ ਇੱਧਰ ਉੱਧਰ ਜਾਣ ਦੀ ਗੱਲ ਕੀਤੀ ਆ, ਜਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਭਾਜਪਾ ਦੇ ਵੀ ਜਿਹੜੇ ਆ 18-19 MLA ਜਿਹੜੇ ਆ ਉਹ ਹੋਰਨਾਂ ਥਾਵਾਂ ਦੇ ਗਏ, ਪਰ ਭਾਜਪਾ ਦਾ ਜਿਹੜਾ ਛੱਡ ਕੇ ਜਾਣਾ MLA ਦਾ ਉਹ ਗਿਣਤੀ ਘੱਟ ਆ, ਕਾਂਗਰਸ ਦੀ ਵੱਧ ਆ। ਪਰ ਇਹਦੇ ਵਿੱਚ ਗੱਲ ਮੈਂ ਪਹਿਲਾਂ ਇਹ ਕਿਹਾ ਸੀ, ਗੱਲ ਇਹ ਨਹੀਂ ਹੈ ਕਿ MLA ਗਏ ਆ ਜਾਂ ਇੱਧਰ ਹੋਏ ਆ, ਗੱਲ ਆਉਂਦੀ ਆ ਦਲ ਬਦਲੂਆਂ ਦੀ। ਜਦੋਂ ਕਿਤੇ ਮੌਕਾ ਮਿਲਦਾ ਆ, ਹਰੇਕ ਜਿਹੜਾ ਮੈਂਬਰ ਆ ਉਹ ਮੌਕਾ ਦੇਖ ਕੇ, ਚੜ੍ਹਦੇ ਸੂਰਜ ਨੂੰ ਸਲਾਮ ਦੇਖ ਕੇ ਇੱਕਦਮ ਪਾਲਾ ਇਦਾਂ ਬਦਲ ਜਾਂਦਾ ਵੀ ਜਿੱਦਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਪਿਛਲੀ ਪਾਰਟੀ 'ਚ ਮੈਂ ਇੰਨੇ ਸਾਲ ਤੋਂ ਰਿਹਾ। ਹੁਣ PC ਚਾਕੋ ਹੁਣੇ ਛੱਡ ਕੇ ਗਏ ਆ। ਉਸ ਤੋਂ ਪਹਿਲਾਂ 1-2 ਹੋਰ ਆਗੂ ਜਿਹੜੇ ਆ ਉਹ ਵੀ ਛੱਡ ਗਏ ਆ, ਵੱਡੇ ਜਿਹੜੇ ਆ ਕਾਂਗਰਸ ਦੇ ਚਿਹਰੇ ਆ। ਜਿਹੜੇ MLA ਆ ਉਹ ਸਥਾਨਕ ਪੱਧਰ ਵਾਲੇ ਮੰਨ ਸਕਦੇ ਆ, ਪਰ ਕਈ ਰਾਜ ਸਭਾ ਮੈਂਬਰ ਵੀ ਇਹੋ ਜਿਹੇ ਆ ਜਿਹੜੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਝੋਲੀ ਜਾ ਬੈਠੇ ਹਨ। ਭਾਜਪਾ ਵਾਲਿਆਂ ਨੂੰ ਵੀ ਕਈਆਂ ਨੇ ਛੱਡਿਆ, ਉਹਨਾਂ ਦੀ ਹੋ ਸਕਦਾ ਵਿਚਾਰਾਂ ਨਾਲ ਨਹੀਂ ਉਹਨਾਂ ਦਾ ਤਾਲਮੇਲ ਖਾਧਾ ਗਿਆ ਤਾਂ ਛੱਡ ਕੇ ਚਲੇ ਗਏ ਆ। ਪਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਦਲ ਬਦਲੂ ਕਾਨੂੰਨ ਬਣਿਆ ਹੋਇਆ, ਬਹੁਤ ਦੇਰ ਦਾ ਬਣਿਆ ਹੋਇਆ, ਵੀ ਇਹਨੂੰ ਬਣਾਉਣ ਦਾ ਫਾਇਦਾ ਕੀ ਆ ਜਦੋਂ ਇਹੋ ਜਿਹੇ ਦਲ ਬਦਲੂਆਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ। ਇਹ ਕੀ ਤਰੀਕਾ ਹੋਇਆ ਵੀ ਤੁਸੀਂ ਪਾਰਟੀ, ਜਿਸ ਪਾਰਟੀ ਤੋਂ ਚੋਣ ਲੜਦੇ ਆ, ਲੋਕਾਂ ਦਾ ਉਹਦੇ ਨਾਲ ਕਿਸੇ ਤਰੀਕੇ ਨਾਲ ਸੰਬੰਧ ਹੁੰਦਾ ਆ, ਝੁਕਾਅ ਹੁੰਦਾ ਆ, ਲਗਾ ਹੁੰਦਾ ਆ, ਉਸ ਪਾਰਟੀ ਦੇ ਮੂੰਹ ਨੂੰ ਬੇਸ਼ੱਕ ਉਹਨਾਂ ਨੂੰ MLA ਪਸੰਦ ਹੈ ਜਾਂ ਨਹੀਂ ਹੈ, ਉਮੀਦਵਾਰ ਪਸੰਦ ਹੈ ਜਾਂ ਨਹੀਂ ਹੈ, ਪਰ ਕਈ ਵਾਰੀ ਲੋਕ ਪਾਰਟੀ ਦੇ ਮੂੰਹ ਨੂੰ ਹੀ ਵੋਟਾਂ ਪਾ ਦਿੰਦੇ ਆ ਕਿ ਨਹੀਂ ਸਾਡੀ ਪਾਰਟੀ ਆ। ਤੇ ਜਦੋਂ ਉਸ ਪਾਰਟੀ ਤੋਂ ਜਿੱਤ ਜਾਂਦੇ ਆ ਤਾਂ ਫਿਰ ਜਿਹੜੇ ਬੰਦੇ ਆਮ ਕਰਕੇ ਦੇਖੇ ਆ ਤਾਂ ਉਸ ਪਾਰਟੀ ਨੂੰ ਹੀ ਛੱਡ ਜਾਂਦੇ ਆ।
ਤੇ ਮੌਕੇ ਤੇ ਜਾ ਕੇ ਪਾਲਾ ਇਹੋ ਜਿਹਾ ਬਦਲ ਜਾਂਦੇ ਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਸ਼ੰਕੇ ਪੈਦਾ ਹੋ ਜਾਂਦੇ ਵੀ ਇਹੋ ਜਿਹੇ ਬੰਦੇ ਨੂੰ ਵੋਟਾਂ ਪਾਈਆਂ ਸੀ, ਇਹਦਾ ਨੂੰ ਨਾ ਪਾਉਂਦੇ ਚੰਗਾ ਸੀਗਾ। ਦਲ ਬਦਲੂਆਂ ਦਾ ਜਿਹੜਾ ਕਾਨੂੰਨ ਆ ਉਹ ਸਖਤੀ ਨਾਲ ਲਾਗੂ ਹੋਣਾ ਚਾਹੀਦਾ, ਜਿਹੜਾ ਕਿ ਇਹ ਲੋਕਾਂ ਨੂੰ ਧੋਖਾ ਦਿੰਦੇ ਆ, ਇਹਦੇ ਨਾਲ ਨਾਲ ਪਾਰਟੀ ਨੂੰ ਵੀ ਧੋਖਾ ਦਿੰਦੇ ਆ। ਪਾਰਟੀ ਨੂੰ ਵੀ ਇਹ ਸੋਚਣਾ ਪਊਗਾ ਵੀ ਜਿਹਨੂੰ ਅਸੀਂ ਟਿਕਟ ਦਿੱਤੀ ਆ ਉਹ ਗਾਂਹ ਜਾ ਕੇ ਕਿਤੇ ਵਿਕਾਊ ਤਾਂ ਨਹੀਂ ਹੋ ਜਾਊ ਜੀ, ਜਾਂ ਵਿਕਿਆ ਹੋਇਆ ਮਾਲ ਤਾਂ ਨਹੀਂ ਅਸੀਂ ਜਿਹਨੂੰ ਟਿਕਟ ਦੇ ਕੇ ਖੜਾ ਕਰ ਰਹੇ ਆ। ਇਹ ਤਾਂ ਪਾਰਟੀ ਦੀ ਗੱਲ ਹੋ ਗਈ। ਐਮਐਲਏ ਦੀ ਆਪਣੀ ਜ਼ਮੀਰ ਕਦੋਂ ਜਾਗੂਗੀ, ਉਮੀਦਵਾਰਾਂ ਦੀ ਜ਼ਮੀਰ ਕਦੋਂ ਜਾਗੂਗੀ ਵੀ ਤੁਸੀਂ ਪਹਿਲਾਂ ਤਾਂ ਟਿਕਟ ਲੈਣ ਲਈ ਇਸ ਤਰੀਕੇ ਨਾਲ ਜਦੋਜਹਿਦ ਕਰਦੇ ਆ ਵੀ ਜੋ ਮਰਜ਼ੀ ਹੋ ਜਾਏ ਇਸ ਦੀ ਟਿਕਟ ਲੈਣੀ ਆ, ਚਾਹੇ ਕਿਸੇ ਨੂੰ ਠਿੱਬੀ ਲਾਉਣੀ ਪਵੇ, ਕਿਸੇ ਦੇ ਖਿਲਾਫ ਜਾਣਾ ਪਵੇ, ਕਿਸੇ ਦੇ ਸਟਿੰਗ ਆਪਰੇਸ਼ਨ ਕਰਨਾ ਪਵੇ, ਬਹੁਤ ਵੱਡੇ ਪੱਧਰ ਤੇ ਹੱਦ ਤੇ ਜਾਂਦੇ ਆ ਵੀ ਸਾਨੂੰ ਟਿਕਟ ਮਿਲ ਜਾਏ ਇੱਕ ਵਾਰੀ ਬਸ। ਤੇ ਜਦੋਂ ਟਿਕਟ ਲੈ ਕੇ ਪ੍ਰਚਾਰ ਉਹਦਾ ਕਰਦੇ ਵੀ ਦੇਖੋ ਪਾਰਟੀ ਨੂੰ ਮਜ਼ਬੂਤ ਕਰਾਂਗੇ, ਸਰਕਾਰ ਬਣੂਗੇ, ਅਸੀਂ ਇਹ ਕਰਾਂਗੇ, ਤੁਹਾਡੇ ਲਈ ਆਹ ਕਰਾਂਗੇ, ਉੱਦਾਂ ਕਰਾਂਗੇ, ਤੇ ਉਹ ਜਿਹੜੇ ਲੋਕ ਵਿਚਾਰੇ ਆ ਭੋਲੇ ਭਾਲੇ ਉਹ ਇਹਨਾਂ ਦੇ ਬਹਿਕਾਵੇ 'ਚ ਇਹਨਾਂ ਦੇ ਭਰਮ ਚਾਲ 'ਚ ਫਸ ਜਾਂਦੇ ਆ। ਪਾਰਟੀ ਦੇ ਮੂੰਹ ਨੂੰ ਵੋਟ ਦੇ ਦਿੰਦੇ ਆ, ਕਈਆਂ ਦਾ ਆਪਣਾ ਅਸਰ ਰਸੂਖ ਹੁੰਦਾ ਉਹਨੂੰ ਵੋਟ ਦੇ ਦਿੰਦੇ ਆ। ਪਤਾ ਉਦੋਂ ਹੀ ਲੱਗਦਾ ਜਦੋਂ ਸਰਕਾਰ ਬਣਨ ਵੇਲੇ ਬੰਦਾ ਉਧਰ ਜਾ ਕੇ ਬਹਿ ਜਾਂਦਾ। ਇਹ ਹਾਲ ਹਰਿਆਣੇ ਦੇ ਵਿੱਚ ਵੀ ਹੋਇਆ। ਜੇਜੇਪੀ ਨੂੰ ਜੇ ਵੋਟਾਂ ਪਈਆਂ, ਦੁਸ਼ਯੰਤ ਚੌਟਾਲਾ ਹੋਣਾ ਦੇ ਜੇ 10-12 ਮੈਂਬਰ ਜਿਹੜੇ 10 ਚੁਣੇ ਗਏ ਆ, ਉਹ ਉਹਨਾਂ ਦੇ ਆਪਣੇ ਅਸਰ ਰਸੂਖ ਕਰਕੇ, ਆਪਣੇ ਹੋਲਡ ਕਰਕੇ, ਕਿਸਾਨਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਵੋਟਾਂ ਮਿਲੀਆਂ, ਉਹ ਜਿੱਤ ਗਏ। ਪਰ ਬਾਅਦ ਜਦੋਂ ਸਰਕਾਰ ਬਣਨ ਲੱਗੀ, ਪ੍ਰਚਾਰ ਚੋਣ ਜਿਹੜਾ ਉਹ ਚੋਣ ਦਾ ਉਹ ਸਾਰਾ ਬੀਜੇਪੀ ਦੇ ਖਿਲਾਫ ਹੁੰਦਾ ਰਿਹਾ। ਇਹਨਾਂ ਐਮਐਲਏਆਂ ਨੇ, ਉਮੀਦਵਾਰਾਂ ਨੇ ਵੀ ਬੀਜੇਪੀ ਦੇ ਖਿਲਾਫ ਪ੍ਰਚਾਰ ਕੀਤਾ। ਦੇਖੋ ਜੀ ਸੈਂਟਰ ਇਦਾਂ, ਬੀਜੇਪੀ ਇਦਾਂ, ਸਾਰਾ ਕੁਝ ਜੋ ਨਾ ਸੋ ਬੋਲਦੇ ਰਹੇ ਆ। ਤੇ ਜਦੋਂ ਸਰਕਾਰ ਬਣਨ ਦੀ ਵਾਰੀ ਆਈ ਤੇ ਉਸੇ ਬੀਜੇਪੀ 'ਚ ਜਾ ਬੈਠੇ। ਤੇ ਕਿੱਡਾ ਵੱਡਾ ਧੋਖਾ ਇਹ। ਇਸ ਗੱਲ ਨੂੰ ਲੈ ਕੇ ਦਲ ਬਦਲੂਆਂ ਦਾ ਜਿਹੜਾ ਕਾਨੂੰਨ ਆ, ਮੈਂ ਬਾਰ-ਬਾਰ ਤਾਂ ਹੀ ਕਹਿੰਦਾ ਵੀ ਇਹਦੇ ਤੇ ਸਖਤੀ ਨਾਲ ਲਾਗੂ ਹੋਣਾ ਚਾਹੀਦਾ। ਪੰਜਾਬ ਦੀ ਹਾਲਤ ਦੇਖ ਲਓ, 4 ਸਾਲ ਲੰਘ ਗਏ, ਆਪ ਦੇ ਐਮਐਲਏ ਕਿੰਨੇ ਇਦਾਂ ਦੇ ਹੈਗੇ ਜਿਹੜੇ ਅਸਤੀਫਾ ਦੇ ਕੇ ਬੈਠੇ ਸੀਗੇ। ਹਾਲੇ ਤੱਕ ਉਹਨਾਂ ਦਾ ਅਸਤੀਫਾ ਸਪੀਕਰ ਨੇ ਪ੍ਰਵਾਨ ਕਈਆਂ ਦਾ ਕੀਤਾ ਵੀ ਨਹੀਂ, ਤਾਂ ਕਈਆਂ ਨੂੰ ਬਾਰ-ਬਾਰ ਬੁਲਾਇਆ ਤੇ ਗਏ ਵੀ ਨਹੀਂ। ਖੈਰ ਇਹਨੂੰ ਉਹਨਾਂ ਨੇ ਪਤਾ ਨਹੀਂ ਕਿੰਨੀ ਕੁ ਵਾਰੀ ਬੁਲਾਇਆ ਵੀ ਆ ਜਾ ਬਈ ਤੇਰਾ ਅਸਤੀਫਾ ਪਿਆ, ਕੀ ਕਰਨਾ ਇਹਦਾ, ਸਮਾਂ ਦਿਓ ਜੀ, ਹੋਰ ਸਮਾਂ ਦਿਓ ਜੀ। ਉਹ ਸਮਾਂ ਮੰਗਦੇ 5ਵਾਂ ਸਾਲ ਆ ਗਿਆ, ਗੱਲ ਗਈ ਹੈ ਜੀ। ਉਹ 5 ਸਾਲ ਐਮਐਲਏ ਵੀ ਰਹਿ ਗਏ ਤੇ ਉਹਨਾਂ ਦਾ ਅਸਤੀਫਾ ਦਿੱਤਾ ਵੀ ਲੋਕਾਂ 'ਚ ਚਲੇ ਗਿਆ ਮੈਸੇਜ ਪਹਿਲਾਂ ਵੀ ਪਾਰਟੀ ਛੱਡ ਕੇ। ਇਸ ਗੱਲ ਨੂੰ ਇਹਨਾਂ ਦਾ ਵਿਚਾਰਾਂ ਦਾ ਮਤਭੇਦ ਹੋ ਗਿਆ ਤੇ ਬਣਿਆ ਫਿਰ ਵੀ ਕੁਛ ਨਹੀਂ। ਹੁਣ ਦੁਬਾਰਾ ਫੇਰ ਉਹ ਚੋਣ ਲੜਨ ਤੁਰ ਪੈਣੇ ਆ। ਜੇ ਉਦੋਂ ਹੀ ਅਸਤੀਫਾ ਸਵੀਕਾਰ ਕੀਤਾ ਜਾਂਦਾ, ਸੀਟ ਉਹਨਾਂ ਦੀ ਖਾਲੀ ਹੋ ਜਾਂਦੀ, ਜ਼ਿਮਨੀ ਚੋਣ ਹੁੰਦੀ, ਦੁਬਾਰਾ ਆਪਣੇ ਬਲਬੂਤੇ ਤੇ ਲੜ ਕੇ ਦਿਖਾਲਦੇ, ਜਿੱਤ ਕੇ ਦਿਖਾਲਦੇ, ਫੇਰ ਮੰਨਦੇ ਵੀ ਹਾਂ ਵੀ ਤੁਹਾਡਾ ਪਾਰਟੀ ਤੋਂ ਬਿਨਾਂ ਸਰ ਗਿਆ, ਤੁਸੀਂ ਜਿੱਤ ਕੇ ਫੇਰ ਆ ਗਏ ਆ। ਪਰ ਇਹੋ ਜਿਹਾ ਹੁੰਦਾ ਨਹੀਂ। ਅਕਸਰ ਹੀ 4 ਸਾਲ ਉਹ ਮੌਜ ਮਾਣਦੇ ਰਹਿੰਦੇ ਆ ਵੀ ਜਿਹਨੇ ਹੀ ਪਾਰਟੀ ਮੈਨੂੰ ਤੇ ਇੱਧਰ ਤੋਂ ਉੱਧਰ ਸਹੀ। ਉਹਦੇ ਵਿੱਚ ਇੱਕ ਹੋਰ ਗੱਲ ਵੀ ਕਹੀ ਆਈਡੀਆਰ 'ਚ ਵੀ ਇਹਨਾਂ ਦਲ ਬਦਲੂਆਂ ਦੇ ਕਾਰਨ ਹੀ 5-6 ਸਟੇਟਾਂ 'ਚ ਜਿਹੜੀਆਂ ਸਰਕਾਰਾਂ ਡਿੱਗੀਆਂ ਔਰ ਨਵੀਆਂ ਬਣੀਆਂ, ਉਹ ਇਸੇ ਬੇਸ ਤੇ ਖਰਾਬ ਹੋਈਆਂ, ਇਸੇ ਬੇਸ ਤੇ ਡਿੱਗੀਆਂ ਦਲ ਬਦਲੂਆਂ ਕਾਰਨ ਹੀ। ਕਰਨਾਟਕ ਦੇ ਐਮਐਲਏ ਨੂੰ ਪਤਾ ਨਹੀਂ ਕਾਂਗਰਸ ਵਾਲੇ ਕਿੰਨੀ ਦੇਰ ਤੱਕ ਬੱਸਾਂ 'ਚ ਬਿਠਾ ਕੇ ਘੁਮਾਉਂਦੇ ਰਹੇ, ਕਦੇ ਕਿਸੇ ਰਿਜ਼ੋਰਟ 'ਚ ਲੈ ਗਏ, ਕਦੇ ਕਿਸੇ ਸਟੇਟ 'ਚ ਲੈ ਕੇ ਚੱਕ ਕੇ। ਇਹ ਹਾਲ ਰਾਜਸਥਾਨ 'ਚ ਰਿਹਾ ਜਦੋਂ ਗਹਿਲੋਤ ਸਰਕਾਰ ਦੀ ਵਾਰੀ ਆਈ। ਇਹ ਹਾਲ ਮੱਧ ਪ੍ਰਦੇਸ਼ 'ਚ ਰਿਹਾ ਜਦੋਂ ਸਿੰਧੀਆ ਨੇ ਇੱਕਦਮ ਪਾਰਟੀ ਛੱਡ ਕੇ ਬੀਜੇਪੀ ਵੱਲ ਨੂੰ ਚੱਲ ਗਏ ਸੀਗੇ। ਉਧਰ ਅਰੁਣਾਚਲ ਵੀ ਇਦਾਂ ਸੀਗਾ, ਗੋਆ ਵੀ ਇਦਾਂ ਸੀਗਾ। ਇਹ ਉਮੀਦਵਾਰਾਂ ਦੀ ਆਪਣੀ ਜ਼ਮੀਰ ਤੇ ਉੱਤੇ ਵੀ ਥੋੜਾ ਜਿਹਾ ਸਵਾਲ ਪਿਆ ਖੜਾ ਹੁੰਦਾ ਹੈ ਵੀ ਤੁਸੀਂ ਜਦੋਂ ਸ਼ੁਰੂਆਤ ਤੌਰ ਤੇ ਤੁਰਦੇ ਆ ਲੋਕਾਂ ਦੇ ਵਿੱਚ ਵੋਟਾਂ ਲੈਣ ਲਈ, ਉਦੋਂ ਪਾਰਟੀ ਨੂੰ ਮੁੱਖ ਰੱਖ ਕੇ ਤੁਰਦੇ ਆ ਵੀ ਸਾਡਾ ਵੀ ਆ ਚੋਣ ਨਿਸ਼ਾਨ ਆ, ਆਹ ਪਾਰਟੀ ਆ। ਤੇ ਇਹੋ ਜਿਹੀ ਕੀ ਗੱਲ ਹੋ ਜਾਂਦੀ ਵੀ ਨਤੀਜੇ ਆਉਣ ਤੱਕ ਤੁਹਾਡਾ ਮਨ ਬਦਲ ਜਾਂਦਾ। ਤਾਂ ਗੱਲ ਉੱਥੇ ਆ ਜਾਂਦੀ ਨਾ ਵੀ ਇਹ ਵਿਕਾਊ ਮਾਲ ਪਾਰਟੀਆਂ ਨੂੰ ਦੇਖ ਕੇ ਵੋਟਾਂ ਲਈ ਖੜਾ ਕਰਨਾ ਚਾਹੀਦਾ। ਉਮੀਦਵਾਰ ਨੂੰ ਦੇਖ ਪਰਖ ਕੇ ਹੀ ਸੀਟਾਂ ਦੀ ਜਿਹੜੀ ਦੇਣੀ ਚਾਹੀਦੀ ਹੈ ਟਿਕਟ। ਤਾਂ ਹੀ ਆਉਣ ਵਾਲੇ ਸਮੇਂ 'ਚ ਕੋਈ ਸੁਧਾਰ ਹੋਊਗਾ। ਨਹੀਂ ਤਾਂ ਕਈਆਂ ਲੋਕਾਂ ਨੂੰ ਤਾਂ ਆਦਤ ਹੁੰਦੀ ਆ ਵੀ ਮੈਂ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ, ਮੈਂ ਸੱਤਾ 'ਚ ਰਹਿਣਾ ਹੀ ਰਹਿਣਾ। ਜੇ ਆਪਾਂ ਥੋੜਾ ਜਿਹਾ ਦੇਖੀਏ ਤਾਂ ਰਾਮ ਵਿਲਾਸ ਪਾਸਵਾਨ ਨੂੰ ਵੀ ਇਹੀ ਕਿਹਾ ਜਾਂਦਾ ਸੀਗਾ ਵੀ ਸਰਕਾਰ ਜਿਹੜੀ ਮਰਜ਼ੀ ਹੋਵੇ, ਇਹ ਮੰਤਰੀ ਬਣੇ ਆ। ਹੁਣ ਉਧਰ ਪੱਛਮੀ ਬੰਗਾਲ ਦੇ ਵਿੱਚ ਵੀ ਆ ਜਿਹੜਾ ਸੁਵਿੰਦੂ ਅਧਿਕਾਰੀ ਆ, ਉਹ ਜਿੰਨਾ ਚਿਰ ਤੱਕ ਤ੍ਰਿਣਮੂਲ ਕਾਂਗਰਸ ਨਾਲ ਰਿਹਾ ਉੱਥੇ ਸੱਤਾ ਦਾ ਮਾਣਦਾ ਰਿਹਾ ਆਪਣਾ ਪੂਰਾ ਮੌਜ। ਹੁਣ ਜਦੋਂ ਦਿਸਿਆ ਉਹਨੂੰ ਵੀ ਹੋ ਸਕਦਾ ਬੀਜੇਪੀ ਆ ਜਾਵੇ ਮੋਹਰੇ, ਬੀਜੇਪੀ ਵੱਲ ਨੂੰ ਉਹਦਾ ਝੁਕਾਅ ਇਦਾਂ ਦਾ ਹੋਇਆ ਵੀ ਤ੍ਰਿਣਮੂਲ ਨੂੰ ਛੱਡ ਗਿਆ। ਕਈਆਂ ਦਾ ਇੱਕ ਫਿਤਰਤ ਬਣ ਜਾਂਦੀ ਆ ਵੀ ਮੈਂ ਜੋ ਮਰਜ਼ੀ ਹੋ ਜਾਵੇ ਸੱਤਾ 'ਚ ਰਹਿਣਾ, ਚਾਹੇ ਮੈਨੂੰ ਪਾਰਟੀ ਇੱਧਰੋਂ ਛੱਡ ਕੇ ਦੂਜੇ ਪਾਸੇ ਨਾ ਜਾਣਾ ਪਵੇ। ਇਹੋ ਜਿਹੇ ਬੰਦਿਆਂ ਨੂੰ ਪਰਖ ਕੇ ਪਾਰਟੀ ਨੂੰ ਆਪਣਾ ਬਚਾਅ ਕਰਕੇ ਦੇਖਣਾ ਚਾਹੀਦਾ ਵੀ ਗਾਹਾਂ ਜਿਹੜੇ ਪਾਰਟੀ ਦੇ ਜਿਹੜੇ ਉਮੀਦਵਾਰ ਆਪਾਂ ਜਿਤਾ ਰਹੇ ਆ, ਟਿਕਟ ਦੇ ਰਹੇ ਆ, ਇਹ ਤੁਰ ਤੱਕ ਸਾਡੇ ਨਾਲ ਨਿਬੜਨਗੇ ਵੀ ਕਿ ਨਹੀਂ। ਜੀ ਸ਼ੇਰਗਿੱਲ ਸਾਹਿਬ, ਸਿਆਸਤ ਵਿੱਚ ਤੇ ਗਿਰਗਟ ਵਾਂਗ ਰੰਗ ਬਦਲਣਾ ਆਮ ਜਿਹੀ ਗੱਲ। ਬਿਲਕੁਲ ਜੀ ਬਿਲਕੁਲ, ਹੁਣ ਤਾਂ ਜ਼ਿਆਦਾ ਬਦਲਣ ਲੱਗ ਪਏ ਜੀ। ਰੁਖ ਕਰਦੇ ਹਾਂ ਪੰਜਾਬ ਦੀ ਸਿਆਸਤ ਵੱਲ ਤੇ ਕਾਂਗਰਸ ਨੇ ਇੱਕ ਨਵਾਂ ਸਿੱਖ ਚਿਹਰਾ ਲੱਭ ਲਿਆ, ਰਵਨੀਤ ਸਿੰਘ ਬਿੱਟੂ। ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਇੱਕ ਗੱਲ ਜ਼ਰੂਰ ਕਹਾਂਗਾ ਵੀ ਬਹੁਤ ਦੇਰ ਕਰਦੀ ਆਤੇ ਜੀ। ਖੈਰ ਫਿਰ ਵੀ ਮੌਕਾ ਸੰਭਾਲ ਲਿਆ। ਕਾਂਗਰਸ ਨੂੰ ਪਤਾ ਲੱਗਣ ਲੱਗ ਪਿਆ ਵੀ ਪੰਜਾਬ ਵੱਲ ਵੀ ਅਸੀਂ ਧਿਆਨ ਦੇਣਾ ਆ।
ਨਹੀਂ ਤਾਂ ਆਪਾਂ ਦੇਖੀਏ ਤੇ 4 ਸਾਲ ਹੋ ਗਏ ਨਵਜੋਤ ਸਿੰਘ ਸਿੱਧੂ ਬਾਰੇ ਕਿਆ ਸਰਾਈਆਂ ਹੀ ਲੱਗ ਰਹੀਆਂ, ਹਾਲੇ ਵੀ ਲੱਗ ਰਹੀਆਂ। ਹਰੀਸ਼ ਰਾਵਤ ਬੇਸ਼ੱਕ 2 ਵਾਰੀ ਉਹਨਾਂ ਨੂੰ ਮਿਲ ਗਏ, 3 ਵਾਰੀ ਮਿਲ ਗਏ, 4 ਵਾਰੀ ਮਿਲ ਗਏ, ਪਰ ਨਤੀਜਾ ਅਜੇ ਉਹਨਾਂ ਦਾ ਕੁਝ ਨਹੀਂ ਨਿਕਲਿਆ। ਸਮਾਂ ਰਹਿ ਗਿਆ 1 ਸਾਲ ਦਾ। ਹੁਣ ਵੀ ਇਹ ਕਨਸੋਆਂ ਨਿਕਲੀਆਂ ਸੀਗੀਆਂ ਵੀ ਉਹਨਾਂ ਨੂੰ ਨਵਾਂ ਅਹੁਦਾ, ਵੱਡਾ ਅਹੁਦਾ ਦੇ ਦਿੱਤਾ ਜਾਊਗਾ, ਪਰ ਫਿਰ ਲਟਕ ਗਿਆ। ਕੈਪਟਨ ਸਾਹਿਬ ਜਿਹੜੇ ਛੁੱਟੀ ਤੇ ਚਲ ਗਏ। ਹੁਣ ਜਿੰਨਾ ਚਿਰ ਉਹ ਨਹੀਂ ਆਉਂਦੇ ਤਾਂ ਹੋ ਸਕਦਾ ਸਿੱਧੂ ਦਾ ਵੀ ਹਜੇ ਕੁਝ ਨਹੀਂ ਬਣੇ, ਪਰ ਜੇ ਹੁਣ ਨਹੀਂ ਬਣਿਆ ਤੇ ਫਿਰ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਆ ਉਹਨਾਂ ਦੇ ਨਤੀਜਿਆਂ ਤੇ ਨਿਰਭਰ ਹੋਊਗਾ। ਜੇ ਉੱਥੋਂ ਤੋਂ ਨਤੀਜੇ ਕੀ ਆਉਂਦੇ ਆ ਕੀ ਨਹੀਂ ਆਉਂਦੇ, ਉਸ ਤੋਂ ਬਾਅਦ ਹੀ ਸਿੱਧੂ ਦਾ ਕੁਝ ਹੋਊਗਾ। ਨਵਾਂ ਸਿੱਖ ਚਿਹਰਾ ਜਿਹੜਾ ਇਹਨਾਂ ਨੇ ਲੱਭਿਆ ਉਹ ਹੈ ਰਵਨੀਤ ਸਿੰਘ ਬਿੱਟੂ ਦਾ। ਦੇਖੋ ਕਾਂਗਰਸ ਨੇ, ਆਪਾਂ ਤਾਂ ਕਹਿ ਦਿੰਦੇ ਨੇ ਵੀ ਇੱਕ ਤੀਰ ਨਾਲ 2 ਨਿਸ਼ਾਨੇ ਫੁੰਡੇ ਆ। ਇਹਦੇ ਵਿੱਚ ਕਾਂਗਰਸ ਨੇ ਸਿੱਖ ਚਿਹਰਾ ਲੱਭ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਦਿੱਤੇ ਆ। ਇੱਕ ਤਾਂ ਉਹਨਾਂ ਨੇ ਕੈਪਟਨ ਨੂੰ ਮੈਸੇਜ ਦੇ ਦਿੱਤਾ ਵੀ ਤੇਰੇ ਤੋਂ ਬਾਅਦ ਸੈਕੰਡ ਦੂਜੀ ਕਤਾਰ ਵਾਲਾ ਬੰਦਾ ਅਸੀਂ ਖੜਾ ਕਰ ਦਿੱਤਾ। ਇੱਕ ਤਾਂ ਇਹ ਮੈਸੇਜ ਪੰਜਾਬ 'ਚ ਗਿਆ, ਕਿਉਂਕਿ ਕੈਪਟਨ ਦੀ ਬਹੁਤੀ ਬਿੱਟੂ ਨਾਲ ਬਣਦੀ ਨਹੀਂ ਜਿਵੇਂ ਸਿੱਧੂ ਨਾਲ ਨਹੀਂ ਬਣਦੀ ਆ, ਤੇ ਉਹ ਆਪਣੇ ਆਪ 'ਚ ਇੱਕ ਚਿਹਰਾ ਜ਼ਰੂਰ ਹੈ, ਸਿੱਖ ਚਿਹਰਾ। ਕਾਂਗਰਸ ਵਾਸਤੇ ਵੀ ਇੱਕ ਸਿੱਖ ਚਿਹਰਾ ਸੀਗਾ ਜਦੋਂ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਬਣੇ ਸੀ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਉਪ ਨੇਤਾ ਬਣਾਇਆ ਗਿਆ ਸੀਗਾ ਉਸ ਵੇਲੇ, ਤੇ ਉਦੋਂ ਵੀ ਸਿੱਖ ਚਿਹਰਾ ਮੂਹਰੇ ਲਿਆਂਦਾ ਗਿਆ ਸੀ। ਪਰ ਹੁਣ ਜਦੋਂ ਰਵਨੀਤ ਬਿੱਟੂ ਨੂੰ ਲਿਆਂਦਾ ਗਿਆ ਚਿਹਰਾ ਤੇ ਇਹ ਕੈਪਟਨ ਨੂੰ ਮੈਸੇਜ ਦਿੱਤਾ ਹੈ। ਉਹਦੇ ਨਾਲ ਦੀ ਨਾਲ ਜਿਹੜੇ G23 ਗਰੁੱਪ ਬਣਾ ਕੇ ਬੈਠੇ ਸੀਗੇ, ਉਹਨਾਂ ਵਿੱਚ ਬਹੁਤ ਸੀਨੀਅਰ ਆਗੂ ਹੈਗੇ, ਮਨੀਸ਼ ਤਿਵਾੜੀ ਹੋਣੇ ਜਿਹੜੇ MP ਵੀ ਆ ਹੁਣ, ਉਹਨਾਂ ਨੂੰ ਵੀ ਦਰਕਿਨਾਰ ਕਰਤਾ। ਹਾਲਾਂਕਿ ਉਹਨਾਂ ਦਾ ਤਜਰਬਾ, ਉਹਨਾਂ ਦਾ ਅਨੁਭਵ ਜ਼ਿਆਦੇ ਆ। ਬੇਸ਼ੱਕ ਰਵਨੀਤ ਬਿੱਟੂ ਨੂੰ ਇਸੇ ਇਜਲਾਸ ਲਈ ਹੀ ਬਣਾਇਆ ਗਿਆ, ਵਿਰੋਧੀ ਧਿਰ ਦਾ ਨੇਤਾ, ਪਰ ਉਹਦੀ ਜਿਹੜੀ ਬੋਲਣ ਦੀ ਸ਼ੈਲੀ, ਉਹਦਾ ਜਿਹੜਾ ਬੋਲਣ ਦਾ ਲਹਿਜਾ, ਹਮਲਾਵਰ ਰੁਖ, ਉਹਨੂੰ ਦੇਖ ਕੇ ਕਾਂਗਰਸ ਨੇ ਮੋਹਰੇ ਕੀਤਾ ਹੈ ਤਾਂ ਕਿ ਸਰਕਾਰ ਨੂੰ ਘੇਰਨ ਵਾਲਾ ਕੋਈ ਬੰਦਾ ਜੇ ਹੈਗਾ ਤਾਂ ਰਵਨੀਤ ਬਿੱਟੂ ਦੇ ਵਿੱਚ ਉਹਨਾਂ ਨੂੰ ਝਲਕ ਦਿਸਦੀ ਆ। ਇਹ ਸਾਰਾ ਕੁਝ ਕਰਕੇ ਉਹਨਾਂ ਨੇ ਪੰਜਾਬ ਦੇ ਹੋਰ ਆਗੂਆਂ ਨੂੰ ਵੀ ਇਹ ਮੈਸੇਜ ਦੇ ਦਿੱਤਾ ਵੀ ਅਸੀਂ ਜਿਹੜਾ ਦੂਜੀ ਕਤਾਰ ਦੇ ਆਗੂ ਮੋਹਰੇ ਲਿਆਉਣ ਲੱਗੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬਿੱਟੂ ਆ। ਤੇ ਹੁਣ ਆਉਣ ਦੇ ਦਿਨਾਂ ਦੇ ਵਿੱਚ ਹੋ ਸਕਦਾ ਜੇ ਉਹਨਾਂ ਦੀ ਨਜ਼ਰ ਸਵੱਲੀ ਰਹੇ ਜਾਂ ਉਹਨਾਂ ਦੇ ਮਨ ਸਮੱਤਿਆ ਕੋਈ ਇਹੋ ਜਿਹੀ ਜਲਦੀ ਪੈ ਜਾਵੇ ਚੋਣਾਂ ਤੋਂ ਪਹਿਲਾਂ ਤਾਂ ਸਿੱਧੂ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਮਿਲ ਜਾਊਗੀ। ਪਰ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਵਰਗਿਆਂ ਨੂੰ ਵੀ ਇਹ ਮੈਸੇਜ ਦੇਤਾ ਜਿਹੜੇ ਆਪਣੇ ਆਪ ਚਾਹੁੰਦੇ ਸੀ ਵੀ ਅਸੀਂ ਪਤਾ ਨਹੀਂ ਕੀ ਕਰ ਦੇਣਾ ਮੂਹਰੇ ਜਾ ਕੇ, ਸਾਨੂੰ ਪਿੱਛੇ ਕਿਉਂ ਰੱਖਿਆ ਹੋਇਆ ਹੈ। ਜੀ ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਕਰੋਨਾ ਨੇ ਮਾਹਿਰਾਂ ਦੀ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ ਤੇ ਕੀ ਆ ਦੇਸ਼ ਦੇ ਇਸ ਵੇਲੇ ਮੌਜੂਦਾ ਹਾਲਾਤ? ਪਤਾ ਨਹੀਂ ਲੱਗਦਾ ਵੀ ਲੋਕ ਕਰੋਨਾ ਨੂੰ ਫਿਰ ਉਸੇ ਤਰੀਕੇ ਨਾਲ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਸ ਤਰੀਕੇ ਨਾਲ 1 ਸਾਲ ਪਹਿਲਾਂ ਸੀਗਾ। ਸ਼ੁਰੂਆਤ ਮੌਕੇ ਜਦੋਂ ਅਫਵਾਹਾਂ ਫੈਲ ਗਈਆਂ ਸੀ ਵੀ ਨਹੀਂ ਇਹ ਐਂ ਹੀ ਆ, ਉੱਦਾਂ ਹੀ ਆ, ਬਿਨਾਂ ਮਤਲਬ ਤੋਂ ਹੀ ਰੌਲਾ ਆ, ਉਦੋਂ ਬਹੁਤ ਲਾਈਟਲੀ ਲਿਆ ਸੀਗਾ, ਜਿਹਦਾ ਖਮਿਆਜਾ ਆਪਾਂ ਭੁਗਤ ਲਿਆ। ਵੀ 1.5 ਲੱਖ ਤੋਂ ਵੱਧ ਮੌਤਾਂ ਦੇ ਕਰੀਬ ਹੋ ਗਏ ਆ, ਵੱਡੀ ਗਿਣਤੀ 'ਚ ਕੇਸ ਹੋ ਗਏ ਸੀ। ਇੱਕ ਵਾਰ ਤਾਂ ਲੱਗਾ ਸੀਗਾ ਵੀ ਕਰੋਨਾ ਖਤਮ ਹੋ ਚੱਲਿਆ, ਪਰ ਹੁਣ ਜਦੋਂ ਦੁਬਾਰਾ ਤੋਂ ਨਵੇਂ ਕੇਸ ਸ਼ੁਰੂ ਹੋ ਗਏ ਤਾਂ ਮਾਹਰਾਂ ਦੀ ਚਿੰਤਾ ਸੁਭਾਵਿਕ ਹੈ, ਵਧਣੀ ਜ਼ਰੂਰੀ ਆ। ਕਿਉਂਕਿ ਹੁਣ ਕੇਸ ਜਿਹੜੇ ਆ ਉਹ ਇੰਨੀ ਤੇਜ਼ੀ ਨਾਲ ਵੱਧ ਰਹੇ ਆ ਵੀ ਜਿੱਥੇ 1 ਮਹੀਨਾ ਪਹਿਲਾਂ 9-10 ਹਜ਼ਾਰ ਰੋਜ਼ਾਨਾ ਦੀ ਗਿਣਤੀ ਰਹਿ ਗਈ ਸੀ ਮਾਮਲਿਆਂ ਦੀ, ਉਹ ਵੱਧ ਕੇ ਹੁਣ 20-22 ਹਜ਼ਾਰ ਤੱਕ ਚੱਲ ਗਈ ਆ। ਜਿੱਥੇ ਮੌਤਾਂ ਦੀ ਗਿਣਤੀ ਜਿਹੜੀ ਆ ਉਹ 100 ਤੋਂ ਵੀ ਘੱਟ ਗਈ ਸੀਗੀ ਇੱਕ ਸਮੇਂ, ਇੱਕ ਮਹੀਨਾ ਪਹਿਲਾਂ, ਉਹ ਮੌਤਾਂ ਦੀ ਗਿਣਤੀ ਵੱਧ ਕੇ ਹੁਣ 150 ਤੋਂ ਪਾਰ ਵੀ ਹੋ ਚੱਲੀ ਆ। ਇਹਨੂੰ ਗੰਭੀਰਤਾ ਨਾਲ ਲੋਕ ਇਸ ਕਰਕੇ ਵੀ ਨਹੀਂ ਲੈ ਰਹੇ ਵੀ ਉਹਨਾਂ ਨੂੰ ਲੱਗਦਾ ਵੀ ਵੈਕਸੀਨੇਸ਼ਨ ਹੋਣ ਲੱਗ ਪਈ ਆ, ਵੀ ਹੁਣ ਪਰਵਾਹ ਨਹੀਂ। ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਦਾ ਬਿਆਨ ਵੀ ਲੋਕਾਂ ਦੇ ਵਿੱਚ ਭੰਬਲ ਪੂਸਾ ਪਾਉਂਦਾ ਆ। ਕੋਈ ਕਹਿੰਦਾ ਵੀ ਨਹੀਂ ਹੁਣ ਐਂਡੈਮਿਕ ਹੋ ਗਿਆ, ਪੈਂਡੈਮਿਕ ਤੋਂ ਐਂਡੈਮਿਕ ਵੱਲ ਨੂੰ ਚੱਲ ਪਏ ਆ। ਆਪਣੇ ਹੀ ਉਹ ਕਿਆਸ ਲਗਾਉਂਦੇ ਰਹਿੰਦੇ ਆ ਪਹਿਲਾਂ ਵੀ ਕਰੋਨਾ ਖਤਮ ਹੋ ਗਿਆ। ਜੇ ਤੁਸੀਂ ਇਸ ਤਰੀਕੇ ਨਾਲ ਆਪ ਹੀ ਕਹਿਣਗੇ ਤੇ ਲੋਕ ਤਾਂ ਅੱਗੇ ਵਿਸਲੇ ਆ, ਲੋਕ ਤਾਂ ਬੜੀ ਸ਼ਾਨ ਨਾਲ ਕਹਿੰਦੇ ਆ ਲੈ ਆਪਾਂ ਤਾਂ ਮਾਸ ਹੀ ਨਹੀਂ ਪਾਇਆ ਕਦੇ, ਕੋਈ ਪਰਵਾਹ ਕਰਨੀ, ਕੁਛ ਨਹੀਂ ਹੁੰਦਾ। ਉਹ ਕੁਛ ਨਹੀਂ ਹੁੰਦਾ ਵਾਲੀ ਗੱਲ ਜਿਹੜੀ ਨਾ ਉਹ ਬਹੁਤ ਗੰਭੀਰ ਗੱਲ ਬਣ ਜਾਂਦੀ ਆ। ਮੁੜ ਕੇ ਫਿਰ ਕਈ ਵਾਰੀ ਉਹ ਲੋਕਾਂ ਨੂੰ ਜਾਨ ਗਵਾਉਣੀ ਪੈਂਦੀ ਯਾਰ। ਆਪਾਂ ਦੇਖਦੇ ਆ ਵੀ ਕਈ ਵੱਡੇ ਜਿਹੜੇ ਆ ਨਾਮੀ ਚਿਹਰੇ ਵੀ ਇਹਦੀ ਭੇਟ ਚੜ ਗਏ ਆ, ਕਿਸੇ ਦਾ ਸਕਾ ਨਹੀਂ ਹੈ। ਆਪਣੇ ਦੇਸ਼ ਬੇਸ਼ੱਕ ਆਪਾਂ ਇਹਦੇ ਤੇ ਜਿੰਨਾ ਮਰਜ਼ੀ ਕਹੀ ਜਾਏ ਵੀ ਗੁੰਮਰਾਹ ਕਰਨ ਲਈ ਆ, ਲੋਕਾਂ ਨੂੰ ਫਸਾਉਣ ਲਈ ਆ, ਜੇ ਵੀ ਇੱਦਾਂ ਆ ਉੱਦਾਂ ਆ, ਪਰ ਜਦੋਂ ਆਪਾਂ ਵਿਦੇਸ਼ਾਂ ਵੱਲ ਝਾਤ ਮਾਰਦੇ ਤਾਂ ਹਜੇ ਤੱਕ ਅਮਰੀਕਾ ਤੋਂ ਵੀ ਕਰੋਨਾ ਕਾਬੂ ਨਹੀਂ ਆਇਆ। ਬੇਸ਼ੱਕ ਕੇਸ ਆ ਉੱਥੇ ਘਟਣ ਲੱਗ ਪਏ ਆ, ਮੌਤਾਂ ਦੀ ਗਿਣਤੀ ਵੀ ਘਟਣ ਲੱਗ ਪਈ ਆ, ਪਰ ਜੇ ਅਮਰੀਕਾ ਵਰਗਾ ਦੇਸ਼ ਕਰੋਨਾ ਨੂੰ ਕਾਬੂ ਨਹੀਂ ਕਰ ਸਕਿਆ ਤਾਂ ਫਿਰ ਭਾਰਤ ਉਹਦੇ ਮੂਹਰੇ ਬਹੁਤ ਕੁਝ ਵੀ ਨਹੀਂ ਹੈਗਾ। ਫਿਰ ਵੀ ਆਪਣੀ ਸਥਿਤੀ ਜਿਹੜੀ ਆ ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਬਿਹਤਰ ਆ। ਇਹਦਾ ਕਾਰਨ ਇਹੀ ਸੀ ਵੀ ਲੋਕ ਇਸ ਨੂੰ ਸਮਝਣ ਲੱਗ ਪਏ ਸੀਗੇ, ਇਹਦੇ ਪ੍ਰਤੀ ਆਪਣੀਆਂ ਸਾਵਧਾਨੀਆਂ ਜ਼ਿਆਦਾ ਵਰਤਣ ਲੱਗ ਪਏ ਸੀਗੇ, ਸੈਨੀਟਾਈਜ਼ਰ, ਮਾਸਕ ਵਗੈਰਾ। ਪਰ ਹੁਣ ਜਦੋਂ ਜਿੱਦਾਂ ਖੁੱਲ੍ਹਾਂ ਮਿਲੀ ਗਈਆਂ, ਖੁੱਲ੍ਹਾਂ ਦੇਣੀਆਂ ਵੀ ਜ਼ਰੂਰੀ ਸੀਗੀਆਂ ਕਿਉਂਕਿ ਆਰਥਿਕ ਤੌਰ 'ਤੇ ਪਾਬੰਦੀ ਜ਼ਿਆਦਾ ਸਮਾਂ ਲਗਾ ਨਹੀਂ ਸਕਦੇ। ਜਦੋਂ ਖੁੱਲ੍ਹਾਂ ਮਿਲ ਗਈਆਂ ਤਾਂ ਲੋਕਾਂ ਨੇ ਖੁੱਲ੍ਹਾਂ ਦਾ
ਜਿਹੜਾ ਵਰਤੋਂ ਆ ਉਹ ਨਜਾਇਜ਼ ਕਰਨ ਲੱਗ ਪਏ ਆ, ਇਕੱਠ ਵੱਧ ਹੋਣ ਲੱਗ ਪਏ ਆ, ਕਰੋਨਾ ਫੈਲਦਾ ਇਕੱਠਾਂ ਤੋਂ ਹੀ ਆ। ਪਰ ਇਹਦਾ ਦੂਜੇ ਪਾਸੇ ਦੇਖਦੇ ਆ ਤੇ ਬੰਗਾਲ ਦੇ ਵਿੱਚ ਜਦੋਂ ਆਪਾਂ ਰੈਲੀਆਂ ਵੱਡੀਆਂ ਵੱਡੀਆਂ ਦੇਖਦੇ ਤਾਂ ਉੱਥੇ ਇਕੱਠ ਬੇਹਿਸਾਬ ਹੀ ਹੁੰਦਾ ਆ, ਉਹ ਉੱਥੇ ਮੋਢੇ ਨਾਲ ਮੋਢਾ ਖਹਿੰਦਾ ਆ। ਪੰਜਾਬ ਔਰ ਮਹਾਰਾਸ਼ਟਰ ਦੇ ਵਿੱਚ ਇਹਨਾਂ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਦੇਸ਼ ਦੇ 22-23 ਹਜ਼ਾਰ ਕੇਸਾਂ ਦੇ ਵਿੱਚੋਂ ਕੇਵਲ ਤੇ ਕੇਵਲ ਮਹਾਰਾਸ਼ਟਰ 'ਚ 14,000 ਕੇਸ ਜਿਹੜੇ ਆ ਉਹ ਇੱਕੋ ਦਿਨ ਪਾਏ ਗਏ ਆ। ਮੌਤਾਂ ਦੀ ਗਿਣਤੀ ਵੀ ਬਹੁਤ ਵੱਧ ਰਹੀ ਆ। ਉੱਥੇ ਜਿਹੜਾ ਧਰਾਵੀ ਇਲਾਕਾ ਸੀਗਾ, ਜੇ ਉਸ ਇਲਾਕੇ ਵਿੱਚ ਆਪਾਂ ਕਾਬੂ ਪਾ ਸਕਦੇ ਕਰੋਨਾ ਨੂੰ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਪਾਇਆ ਜਾ ਸਕਦਾ ਸੀ। ਪਰ ਇਹਦੇ ਪ੍ਰਤੀ ਆਪਾਂ ਨੂੰ ਸਾਵਧਾਨੀ ਜਾਗਰੂਕ ਹੋਣ ਦੀ ਲੋੜ ਆ ਔਰ ਜਿੰਨੀ ਜ਼ਿਆਦਾ ਪ੍ਰੀਕਾਸ਼ਨ ਰੱਖੂਗੇ ਉਨਾ ਹੀ ਕਰੋਨਾ ਭੱਜੂਗਾ। ਵੈਕਸੀਨੇਸ਼ਨ ਆਪਣੀ ਥਾਂ ਤੇ ਆ, ਪ੍ਰੀਕਾਸ਼ਨ ਆਪਣੀ ਥਾਂ ਤੇ ਆ। ਵੈਕਸੀਨੇਸ਼ਨ ਵੀ ਲਗਾਉਣੀ ਆ ਪਰ ਆਪਣੇ ਦੇਸ਼ ਦੇ ਵਿੱਚ ਹਾਲੇ ਵੀ ਉਹ ਵੈਕਸੀਨੇਸ਼ਨ ਦੀ ਥੋੜੀ ਜਿਹੀ ਝਿਜਕ ਹੈਗੀ ਆ, ਪਰ ਉਹ ਜਿੰਨੀ ਵੱਧ ਤੋਂ ਵੱਧ ਲਗਾਇਆ ਜਾਵੇ ਚੰਗਾ ਰਹੂਗਾ। ਉਹਦੇ ਨਾਲ ਜਿਹੜੀ ਇਮਿਊਨਿਟੀ ਜ਼ਰੂਰ ਵੱਧਦੀ ਆ ਤੇ ਉਹਦੇ ਨਾਲ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਵੱਧਦੀ ਆ। ਪਰ ਆਪਾਂ ਜੇ ਵੱਡੇ ਬੰਦਿਆਂ ਦੀ ਗੱਲ ਕਰੀਏ ਤਾਂ ਕਈਆਂ ਨੂੰ ਇਦਾਂ ਦੇ ਬੰਦਿਆਂ ਨੂੰ ਵੀ ਹੋਇਆ ਜਿਹੜੇ ਕਿ ਸਮਝਦੇ ਸੀ ਕਿ ਅਸੀਂ ਆਪਣਾ ਸਿਹਤ ਦਾ ਬਹੁਤ ਖਿਆਲ ਰੱਖਦੇ ਆ। ਹੁਣ ਅੱਜ ਦੀ ਗੱਲ ਦੇਖ ਲਓ ਕਿ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਮਨਪ੍ਰੀਤ ਬਾਦਲ ਆ ਉਹ ਵੀ ਕਰੋਨਾ ਪੋਜ਼ਿਟਿਵ ਹੋ ਗਏ ਆ। ਫੁੱਟਬਾਲ ਦੇ ਖਿਡਾਰੀ ਆ ਸੁਨੀਲ ਛੇਤਰੀ, ਉਹ ਵੀ ਕਰੋਨਾ ਪੋਜ਼ਿਟਿਵ ਹੋ ਗਏ ਆ। ਬਾਲੀਵੁੱਡ ਵਾਲੇ ਪਾਸੇ ਦੇਖੀਏ ਤਾਂ ਨੀਤੂ ਕਪੂਰ, ਰਿਸ਼ੀ ਕਪੂਰ ਦੀ ਘਰ ਵਾਲੀ ਆ, ਉਹਨੇ ਹੁਣੇ ਕਰੋਨਾ ਨੂੰ ਮਾਤ ਦਿੱਤੀ ਆ, ਉਹ ਤੰਦਰੁਸਤ ਹੋਈ ਆ। ਪਰ ਉਹਦੇ ਬੇਟੇ ਰਣਬੀਰ ਕਪੂਰ ਨੂੰ ਹੋ ਗਿਆ, ਸੰਜੇ ਲੀਲਾ ਭੰਸਾਲੀ ਏਡੇ ਵੱਡੇ ਡਾਇਰੈਕਟਰ ਆ ਉਹਨਾਂ ਨੂੰ ਹੋ ਗਿਆ। ਇਹ ਕਿਸੇ ਵੀ ਵੱਡੇ ਛੋਟੇ ਨੂੰ ਨਹੀਂ ਦੇਖਦਾ, ਇਹਨੇ ਜਦੋਂ ਕਿਸੇ ਤੇ ਮਾਰ ਕਰਨੀ ਆ ਤਾਂ ਕਰ ਜਾਣੀ ਆ। ਇਹਦਾ ਬਚਾਅ ਆਪਾਂ ਹੀ ਕਰ ਸਕਦੇ ਆ। ਪਰ ਜਿਹੜੇ ਸਰਕਾਰੀ ਬਿਆਨ ਸਰਕਾਰੀ ਮੰਤਰੀ ਦੇ ਰਹੇ ਆ ਇਹਨਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਨੂੰ ਬਚਣਾ ਚਾਹੀਦਾ ਵੀ ਇਦਾਂ ਨਾ ਕਹੀਏ। ਲੋਕਾਂ ਦੇ ਵਿੱਚ ਭੰਬਲ ਭੂਸਾ ਪੈਦਾ ਹੁੰਦਾ ਵੀ ਜੇ ਮੰਤਰੀ ਕਹਿ ਰਹੇ ਵੀ ਉਹਨੂੰ ਪੈਂਡੇਮਿਕ ਤੋਂ ਐਂਡੇਮਿਕ ਵੱਲ ਨੂੰ ਚੱਲ ਗਿਆ ਤੇ ਫਿਰ ਪ੍ਰਵਾਹ ਕਾਹਦੀ ਆ। ਪ੍ਰਵਾਹ ਕਰਨੀ ਪਊਗੀ। ਮੰਤਰੀਆਂ ਦਾ ਕੁਝ ਨਹੀਂ ਜਾਣਾ, ਆਮ ਲੋਕਾਂ ਦਾ ਜ਼ਿਆਦਾ ਜਾਣਾ। ਇਸ ਕਰਕੇ ਜਿੰਨਾ ਇਹਦੇ ਪ੍ਰਤੀ ਆਪਾਂ ਸਾਵਧਾਨ ਰਵਾਂਗੇ ਉਨਾ ਹੀ ਚੰਗਾ ਆ। ਵੈਕਸੀਨੇਸ਼ਨ ਦੇ ਨਾਲ ਵੀ ਪ੍ਰੀਕਾਸ਼ਨ ਬੇਹੱਦ ਜ਼ਰੂਰੀ ਹੈ। ਜੀ, ਬੜੀ ਸੋਹਣੀ ਗੱਲ ਆਖੀ ਸ਼ੇਰਗਿੱਲ ਸਾਹਿਬ ਤੁਸੀਂ ਕਿ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਜੇ ਹੁਣ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਸ਼ਹਿਰਾਂ 'ਚੋਂ ਜਾਇਦਾਦ ਨਿਲਾਮ ਹੋਣ ਦੀਆਂ ਖਬਰਾਂ ਆ ਰਹੀਆਂ ਨੇ, ਕੀ ਹੈ ਪੂਰਾ ਮਾਮਲਾ? ਦੇਖੋ, ਪ੍ਰਾਈਵੇਟਾਈਜੇਸ਼ਨ ਜਿਹੜਾ ਨਾ ਉਹ ਜੇ ਆਪਾਂ ਸੈਂਟਰ ਦੇ ਪੱਧਰ ਤੇ ਕਹੀਏ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਪ੍ਰਾਈਵੇਟਾਈਜੇਸ਼ਨ ਬਹੁਤ ਜ਼ਰੂਰੀ ਹੋ ਗਿਆ ਆ। ਇਸੇ ਗੱਲ ਨੂੰ ਥੋੜਾ ਜਿਹਾ ਪਿੱਛੇ 4-5 ਸਾਲ ਫਲੈਸ਼ਬੈਕ ਦੇਖੀਏ ਤਾਂ ਉਦੋਂ ਇਹੀ ਬੀਜੇਪੀ ਜਿਹੜੀ ਆ ਉਹ ਨਿੱਜੀਕਰਨ ਦੇ ਇੰਨਾ ਕੁ ਖਿਲਾਫ ਸੀ ਵੀ ਇਹ ਉਸ ਵੇਲੇ ਦੀ ਸਰਕਾਰ ਦੇ ਜਿਹੜੇ ਜਿੰਨੇ ਸੰਸਦ ਦੇ ਇਜਲਾਸ ਸੀਗੇ ਉਹਨਾਂ ਨੂੰ ਇਸੇ ਮੁੱਦੇ ਤੇ ਇੰਨਾ ਕੁ ਘੇਰ ਕੇ ਰੱਖਿਆ ਸੀ ਵੀ ਇਜਲਾਸ ਵੀ ਨਹੀਂ ਪੂਰਾ ਹੋਣ ਦਿੰਦੇ ਸੀ। ਹੁਣ ਉਹ ਆਪ ਦੀਆਂ ਨੀਤੀਆਂ ਤੇ ਆ ਗਏ ਤਾਂ ਫਿਰ ਨਿੱਜੀਕਰਨ ਜਿਹੜਾ ਉਹਨਾਂ ਲਈ ਜ਼ਰੂਰੀ ਬਣ ਗਿਆ ਆ। ਉਸੇ ਨਕਸ਼ੇ ਕਦਮ ਤੇ ਚੱਲਦਿਆਂ ਮੇਰੇ ਖਿਆਲ ਪੰਜਾਬ ਸਰਕਾਰ ਨੇ ਵੀ ਸਰਕਾਰੀ ਸੰਪਤੀਆਂ ਵੇਚਣ ਦਾ ਜੋ ਫੈਸਲਾ ਕੀਤਾ ਆ, ਕੁਝ ਵੇਚ ਵੀ ਦਿੱਤੀਆਂ ਆ। ਇਹਨਾਂ 4-5 ਸਾਲਾਂ ਦੇ ਵਿੱਚ ਉਹਨਾਂ ਨੇ ਕਾਫੀ ਸਰਕਾਰੀ ਸੰਪਤੀਆਂ ਵੇਚਣ ਦੀ ਗੱਲ ਸਾਹਮਣੇ ਆਈ ਆ, ਜਿਹਦੇ ਤੋਂ 650 ਕਰੋੜ ਦਾ ਜਿਹੜਾ ਆਮਦਨ ਜਿਹੜੀ ਇਹਨਾਂ ਨੂੰ ਸੰਪਤੀ ਵੇਚ ਕੇ ਹੋਈ ਆ ਪੰਜਾਬ ਸਰਕਾਰ ਨੂੰ। ਹੁਣ ਇਹ ਆਮਦਨ ਦਾ ਜਰੀਆ ਲੋਕਾਂ ਨੂੰ ਤਨਖਾਹਾਂ ਦੇਣ ਲਈ ਇਸ ਤਰੀਕੇ ਨਾਲ ਅਪਣਾਉਣਾ ਕਿੱਥੋਂ ਤੱਕ ਜਾਇਜ਼ ਆ? ਸਰਕਾਰ ਦੀਆਂ ਜਿਹੜੀਆਂ ਸੰਪਤੀਆਂ ਆ ਉਹ ਇੱਕ ਆਮਦਨ ਦਾ ਜਰੀਆ ਜ਼ਰੂਰ ਹੁੰਦੀਆਂ, ਪਰ ਇਹ ਨਹੀਂ ਕਿ ਉਹਨਾਂ ਨੂੰ ਵੇਚ ਦਈਏ, ਉਹਨਾਂ ਨੂੰ ਲੀਜ਼ ਤੇ ਦੇ ਦਈਏ, ਠੇਕੇ ਤੇ ਦੇ ਦਈਏ ਤੇ ਸਰਕਾਰੀ ਗੱਲ ਦੀ ਫਿਰ ਸਰਕਾਰ ਵਾਲੀ ਗੱਲ ਤਾਂ ਰਹਿ ਨਹੀਂ ਜਾਊਗੀ। ਉਹ ਤਾਂ ਜਿਹੋ ਜਿਹਾ ਜਿਸ ਬੰਦੇ ਨੇ ਆਪਣੇ ਕੋਲ ਨਿੱਜੀ ਤੌਰ ਤੇ ਕੋਈ ਪ੍ਰਾਪਰਟੀ ਰੱਖੀ ਹੁੰਦੀ ਆ, ਜਦੋਂ ਉਹਨੂੰ ਲੋੜ ਪੈਂਦੀ ਆ ਉਹ ਵੇਚ ਦਿੰਦਾ ਆ, ਜਦੋਂ ਕਿਤੇ ਉਹਦਾ ਫਿਰ ਹੱਥ ਪੱਲਾ ਪੈਂਦਾ ਦੁਬਾਰਾ ਖਰੀਦ ਲੈਂਦਾ ਆ। ਸਰਕਾਰ ਨੂੰ ਪੁੱਛੇ ਵੀ ਜੇ ਤੁਸੀਂ ਐਡੀ ਵੱਡੀ ਪੱਧਰ ਤੇ ਵੇਚਦੇ ਆ ਤਾਂ ਦੁਬਾਰਾ ਇਹਨਾਂ ਨੂੰ ਖਰੀਦਣ ਦਾ ਕੀ ਜਰੀਆ ਹੈ? ਦੁਬਾਰਾ ਇਹਨਾਂ ਦੀ ਆਮਦਨ ਜਦੋਂ ਇਹ ਖਤਮ ਹੋ ਜਾਣਗੇ ਪੈਸੇ ਤਾਂ ਮੁੜ ਕੇ ਆਮਦਨ ਕਿੱਥੋਂ ਲਿਆਉਣੀ ਆ? ਸਰਕਾਰ ਨੇ ਤਾਂ ਚੱਲਣਾ ਹੀ ਆ ਨਾ, ਪੰਜਾਬ ਨੇ ਸੂਬੇ ਨੇ ਚੱਲਣਾ ਆ। ਤਨਖਾਹਾਂ ਆਏ ਦਿਨ ਖੜੀਆਂ ਹੋਣੀਆਂ, ਹਰੇਕ ਨੂੰ ਦੇਣਾ ਪੈਣਾ, ਹਰੇਕ ਵਿਭਾਗ ਦੇ। ਪਰ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰ ਦੀਆਂ ਸੰਪਤੀਆਂ ਵੇਚਦੇ ਹੋ। ਇਹਦੇ ਵਿੱਚ ਪਤਾ ਲੱਗਾ ਵੀ ਜਲੰਧਰ ਦੀ ਉਹਨਾਂ ਨੇ 81 ਕਰੋੜ ਦੀ ਵੇਚੀ ਆ, ਫਾਜ਼ਿਲਕਾ ਦੇ ਵਿੱਚ ਵੀ ਘੱਟੋ ਘੱਟ 30-35 ਕਰੋੜ ਦੀ ਜਿਹੜੀ ਸੰਪਤੀ ਵੇਚੀ ਆ। ਇਹ ਹਾਲੇ ਤਾਂ ਸਥਾਨਕ ਸਰਕਾਰਾਂ ਦੇ ਅੰਡਰ ਜਿਹੜੀਆਂ ਆਉਂਦੀਆਂ ਸੰਪਤੀਆਂ ਉਹ ਆ, ਜਿਹੜੀਆਂ ਹੋਰ ਵਿਭਾਗਾਂ ਵਾਲੀਆਂ ਉਹਦੀਆਂ ਪਰਤਾਂ ਅਜੇ ਖੁੱਲ੍ਹਣੀਆਂ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਕਿੰਨੀਆਂ ਕੁ ਹੋਰ ਵੇਚੀਆਂ ਗਈਆਂ ਸੰਪਤੀਆਂ, ਕਿੰਨਾ ਕੁ ਸਰਕਾਰ ਨੇ ਇਹਦੇ ਤੋਂ ਕਮਾਈ ਕਰ ਲਈ ਆ ਔਰ ਕਿੱਥੇ ਵਰਤੀ ਆ, ਕਿਹਨੂੰ ਦਿੱਤੀ ਆ, ਇਹਨਾਂ ਦੇ ਖੁਲਾਸੇ ਅਜੇ ਹੋਣੇ ਬਾਕੀ ਆ ਜੀ। ਸ਼ੇਰਗਿੱਲ ਸਾਹਿਬ, ਜਾਂਦੇ ਇੱਕ ਮੁੱਦੇ ਤੇ ਹੋਰ ਗੱਲ ਕਰ ਲੈਂਦੇ ਆ। ਪੰਜਾਬ ਸਰਕਾਰ ਜਿਹੜਾ ਕਰਜ਼ਾ ਮਾਫੀ ਸਮਾਰੋਹ ਕਰਵਾਇਆ ਜਿਹੜਾ ਇਹਨਾਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਨੇ ਕਰਜ਼ਾ ਮਾਫੀ ਸਮਾਰੋਹ ਜਿਹੜੇ ਆ ਉਹ ਪਿਛਲੇ 5 ਸਾਲਾਂ ਦੇ ਵਿੱਚ ਕਈ ਥਾਵਾਂ ਤੇ ਕਰਵਾਏ ਸੀਗੇ। ਉਹਦੇ ਤੇ ਹੀ ਇਹਨਾਂ ਨੇ 9.5 ਕਰੋੜ ਰੁਪਏ ਖਰਚ ਦਿੱਤੇ, ਜਿਹੜਾ ਕਿ ਨਵਾਂ ਖੁਲਾਸਾ ਹੋਇਆ ਆ। ਕਰਜ਼ਾ ਮਾਫੀ ਦੀ ਜਿਹੜੀ ਇਹਨਾਂ ਦੇ ਕੰਮ ਆ ਉਹ ਹਵਾ 'ਚ ਲਟਕੀ ਆ। ਪਹਿਲੇ ਕਰਜ਼ੇ ਕਿਸਾਨਾਂ ਦੇ ਮਾਫ ਕੀਤੇ ਨਹੀਂ, ਨਵਿਆਂ ਦਾ ਇਸ ਬਜਟ 'ਚ ਫੇਰ ਐਲਾਨ ਕਰਤਾ
ਪਿਛਲੇ ਸਾਲ ਵਾਲੇ ਬਜਟ 'ਚ ਵੀ ਐਲਾਨ ਕੀਤਾ ਸੀ, ਪਰ ਉਹਦੀ ਵੀ ਹਜੇ ਤੱਕ ਮੁਕੰਮਲ ਪ੍ਰਾਪਤੀ ਨਹੀਂ ਹੋਈ। ਜਿੰਨੇ ਐਲਾਨ ਕੀਤੇ ਸੀ ਕਿਸਾਨਾਂ ਦੇ ਕਰਜ਼ੇ ਮਾਫ ਦੇ, ਉਨੇ ਹਜੇ ਤੱਕ ਪੂਰੇ ਹੋਏ ਨਹੀਂ। ਨਵਾਂ ਐਲਾਨ ਕਰ ਦਿੱਤਾ, ਚੋਣ ਦਾ ਵਰ੍ਹਾ ਆ, ਚੋਣਾਂ ਦਾ ਸਾਲ ਆ, ਸਾਰਿਆਂ ਦਾ ਖਿਆਲ ਰੱਖਿਆ ਗਿਆ ਆ, ਪਰ ਇਹ ਵੀ ਕਿਸਾਨਾਂ ਦਾ ਕਰਜ਼ਾ ਕਿਸ ਹੱਦ ਤੱਕ ਮਾਫ ਕਰਦੇ ਹਜੇ ਕੋਈ ਸਪਸ਼ਟ ਨਹੀਂ ਹੈ। ਪਰ ਇਹਨਾਂ ਨੇ ਸ਼ੁਰੂਆਤ ਜਦੋਂ ਸੀਗੀ 2017 'ਚ, ਇਹਨਾਂ ਨੇ ਕਿਹਾ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਜਿਹੜੇ 2 ਲੱਖ ਤੱਕ ਰੁਪਏ ਦੇ ਹੈਗੇ ਆ। ਉਹਦੇ ਵਿੱਚ ਰਕਮ ਬਣਦੀ ਸੀ 1 ਲੱਖ ਕਰੋੜ ਦੀ, ਪਰ ਹਾਲੇ ਤੱਕ 4 ਸਾਲਾਂ 'ਚ ਕੇਵਲ ਸਿਰਫ 4600 ਕਰੋੜ ਤੱਕ ਦਾ ਕਰਜ਼ਾ ਮਾਫ ਕੀਤਾ ਆ। ਉਹ ਵੀ ਵੱਡੇ ਧਨਾੜ ਆ, ਜਿਹੜੇ 15-20 ਖੇਤਾਂ ਵਾਲੇ ਆ, ਜਿਹੜੇ ਉਹਨਾਂ ਦੇ ਕਰਜ਼ੇ ਹੀ ਮਾਫ ਹੋਏ ਆ। ਜਿਹੜੇ ਆਮ ਛੋਟੇ ਕਿਸਾਨ ਆ, ਜਿਹੜੇ ਦਰਮਿਆਨੇ ਕਿਸਾਨ ਆ, ਉਹਨਾਂ ਦਾ ਹਜੇ ਵੀ ਕਰਜ਼ਾ ਉੱਦਾਂ ਹੀ ਲਟਕਿਆ ਪਿਆ ਆ। ਨਵੇਂ ਦਾ ਐਲਾਨ ਕਰ ਦਿੰਦੇ ਆ, ਪਰ ਆ ਜਿਹੜੀ ਨਵੀਂ ਗੱਲ ਆਈ ਆ ਵੀ ਸਿਰਫ ਪ੍ਰੋਗਰਾਮ ਕਰਾਉਣ ਤੇ ਹੀ, ਕਰਜ਼ਾ ਮਾਫੀ ਦੇ ਸਰਟੀਫਿਕੇਟ ਦੇਣ ਤੇ ਹੀ, ਲੋਕਾਂ ਦਾ ਇਕੱਠ ਕਰਨ ਤੇ ਹੀ ਐਡੀ ਵੱਡੀ ਰਕਮ ਖਰਚ ਦਿੱਤੀ। ਜੇ ਇਹੀ 9.5 ਕਰੋੜ ਕਿਸੇ ਹੋ ਜਿਹੜੇ ਬਾਕੀ ਰਹਿੰਦੇ ਕੁਝ ਕਿਸਾਨਾਂ ਦੇ ਪੱਲੇ ਪੈ ਜਾਂਦੀ, ਹੋ ਸਕਦਾ ਉਹਨਾਂ ਦਾ ਵੀ ਕਰਜ਼ਾ ਮਾਫ ਹੋ ਸਕਦਾ ਸੀਗਾ। ਜੀ ਸ਼ੇਰਗਿੱਲ ਸਾਹਿਬ, ਤੁਸੀਂ ਸਟੂਡੀਓ 'ਚ ਆ ਕੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।